ਤੇ ਅਮਰੀਕਾ ਵਾਲੇ ਕਹਿੰਦੇ ਸੀ ਕਿ 3 ਲੱਖ ਫੌਜ ਅਸੀਂ ਤਿਆਰ ਕੀਤੀ ਹੋਈ ਹੈ ਅਫਗਾਨਿਸਤਾਨ ਦੀ, ਤੇ ਅੱਜ ਜੋ ਬਾਈਡਨ ਕਹਿੰਦੇ ਨੇ ਕਿ ਉਸ 3 ਲੱਖ ਫੌਜ ਨੇ ਦਮਖਮ ਨਹੀਂ ਵਿਖਾਇਆ। ਜਿਹੜਾ ਉਹਨਾਂ ਦਾ ਆਗੂ ਸੀ, ਜਦ ਉਹਨਾਂ ਦਾ ਜਰਨੈਲ ਹੀ ਫੌਜਾਂ ਨੂੰ ਛੱਡ ਕੇ ਭੱਜ ਗਿਆ ਹੋਵੇ ਤੇ ਫਿਰ ਫੌਜਾਂ ਕੀ ਕਰ ਸਕਦੀਆਂ ਨੇ? ਕੁਰਸੀ ਜਦੋਂ ਕੰਡਿਆਂ ਦਾ ਤਾਜ ਵੀ ਨਾਲ ਮਿਲਦਾ ਹੋਵੇ ਨਾ ਜੀ, ਫਿਰ ਕੁਰਸੀ ਤੇ ਕੋਈ ਨਹੀਂ ਬੈਠਦਾ। ਭਾਜਪਾ ਵਾਲੇ ਤੇ ਕਹਿੰਦੇ ਸੀਗੇ ਕਿ ਇਹ ਸੰਬੰਧ ਕੀ ਹੋਇਆ, ਦੇਖੋ ਅਸੀਂ ਤੇ ਇੰਨੇ ਗੰਭੀਰ ਮੁੱਦੇ ਵਿਚਾਰਨੇ ਸੀ ਤੇ ਪੈਗਾਸਸ ਵਾਲਾ ਸ਼ੋਸ਼ਾ ਕਿਨੇ ਛੱਡਿਆ, ਪਰ ਉਹ ਗਲਤ ਸੀ। ਇੱਥੇ ਸ਼ੋਸ਼ਾ ਨਹੀਂ ਸੀ ਤੇ ਨਾ ਇਕੱਲੇ ਭਾਰਤ ਵਿੱਚ ਇਸ ਦੀ ਖਬਰ ਆਈ ਹੈ, ਇਸ ਦੀਆਂ ਤਾਰਾਂ ਤੇ ਫਰਾਂਸ, ਅਮਰੀਕਾ ਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨਾਲ ਜੁੜੀਆਂ ਹੋਈਆਂ ਸੀ। ਦਿੱਲੀ ਦੇ ਕਤਲੇਆਮ ਦੇ ਬਾਰੇ ਤਾਂ ਬਹੁਤਿਆਂ ਨੂੰ ਪਤਾ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਹੋਈ ਸੀ, ਜਿਨ੍ਹਾਂ ਵਿੱਚੋਂ ਯੂਪੀ ਦਾ ਕਾਨਪੁਰ ਸ਼ਹਿਰ ਜਿਹੜਾ ਹੁਣ ਯੂਪੀ ਦੇ ਕਾਨਪੁਰ ਸ਼ਹਿਰ ਦੇ ਵਿੱਚ ਕੀ ਹੋਇਆ, ਸਰਕਾਰੀ ਦਸਤਾਵੇਜ਼ ਤਾਂ ਇਹ ਆਖਦੇ ਨੇ ਕਿ ਤਕਰੀਬਨ 127 ਮੌਤਾਂ ਹੋਈਆਂ। ਜੇ ਹੁਣ ਹਰਪ੍ਰੀਤ ਜੀ, ਜੇ ਦਿੱਲੀ ਦੇ ਅੰਕੜਿਆਂ ਨਾਲ ਅਸੀਂ ਇਸ ਦਾ ਮੇਲ ਕਰੀਏ, ਸਰਕਾਰ ਜੋ ਦਿੱਲੀ ਵਿੱਚ ਆਖਦੀ ਹੈ ਉਸ ਨਾਲੋਂ ਤਾਂ ਕਈ ਮੌਤਾਂ ਵੱਧ ਹੋਈਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਅਫਗਾਨਿਸਤਾਨ ਤੇ ਹੋ ਚੁੱਕਾ ਹੈ ਤਾਲਿਬਾਨੀ ਕਬਜ਼ਾ। ਕੀ ਹੋਏਗਾ ਅਮਰੀਕਾ ਤੇ ਪਾਕਿਸਤਾਨ ਦਾ ਸਟੈਂਡ? ਨਵੀਂ ਤਾਲਿਬਾਨੀ ਸਰਕਾਰ ਦੇ ਕਿੱਦਾਂ ਦੇ ਰਹਿਣਗੇ ਭਾਰਤ ਨਾਲ ਸੰਬੰਧ? ਪੈਗਾਸਸ ਜਸੂਸੀ ਮਾਮਲੇ ਤੇ ਅਕਾਲੀ ਦਲ ਨੇ ਕਿਉਂ ਵੱਟੀ ਹੈ ਚੁੱਪ? ਤੇ ਅਕਾਲੀ ਦਲ ਵਿੱਚ ਜਗਬੀਰ ਬਰਾੜ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਨੂੰ ਟਿਕਟ ਮਿਲ ਚੁੱਕੀ ਹੈ ਕੈਂਟ ਤੋਂ, ਤੇ ਕੌਣ ਹੋਏਗਾ ਨਾਰਾਜ਼ ਤੇ ਹੋਰ ਕਿਹੜਾ ਆਗੂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ? ਇਹਨਾਂ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਸਵਾਲਾਂ ਤੇ ਚਰਚਾ ਕਰਨ ਦੇ ਲਈ ਇਸ ਟਾਈਮ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਸਰ ਅਸੀਂ ਗੱਲ ਕਰ ਲੈਂਦੇ ਹਾਂ ਇੱਕ ਜਿਹੜਾ ਮੇਨ ਇਸ ਟਾਈਮ 'ਚ ਪੱਖ ਦਾ ਮੁੱਦਾ ਕਿ ਅਫਗਾਨਿਸਤਾਨ ਤੇ ਤਾਲਿਬਾਨੀ ਕਬਜ਼ਾ ਹੋ ਚੁੱਕਾ ਹੈ, ਤੇ ਹੁਣ ਅੱਗੋਂ ਇਹ ਦੱਸੋ ਕਿ ਅਮਰੀਕਾ ਤੇ ਪਾਕਿਸਤਾਨ ਦਾ ਸਟੈਂਡ ਕੀ ਹੋਏਗਾ? ਦੇਖੋ ਇਸ ਤਰ੍ਹਾਂ ਹੈ ਜੀ ਕਿ ਕਾਬੁਲ ਤੇ ਜੇ ਅਸੀਂ ਹਵਾਈ ਅੱਡੇ ਨੂੰ ਛੱਡ ਦਈਏ ਜੀ ਤਾਂ ਬਾਕੀ ਸਾਰੇ ਅਫਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ। ਹਵਾਈ ਅੱਡੇ ਨੂੰ ਇਸ ਕਰਕੇ ਛੱਡਿਆ ਕਿਉਂਕਿ ਅਜੇ ਉੱਥੇ ਅਮਰੀਕਨ ਫੌਜੀ ਕੁਝ ਰਹਿ ਗਏ ਸਨ ਜਿਨ੍ਹਾਂ ਨੇ ਪੂਰੀ ਤਰ੍ਹਾਂ ਜਿਹੜਾ ਸੀ ਅਫਗਾਨਿਸਤਾਨ 'ਚੋਂ ਇਵੈਕੂਏਟ ਨਹੀਂ ਸੀ ਕੀਤਾ ਹੋਇਆ ਜੀ, ਤੇ ਉਹਨਾਂ ਨੂੰ ਆਖਰੀ ਤਰੀਕ ਜਿਹੜੀ ਦਿੱਤੀ ਗਈ ਸੀ ਖਾਲੀ ਕਰਨ ਦੀ, ਉਹਦੇ ਵਿੱਚ ਅਜੇ ਕੁਝ ਦਿਨ ਬਾਕੀ ਸਨ। ਤੇ ਜਿੰਨੀ ਕੁ ਉਮੀਦ ਆਮ ਦੁਨੀਆ ਵਾਲੇ ਨੇ ਲਾਈ ਹੋਈ ਸੀ ਕਿ 1 ਮਹੀਨੇ ਤੱਕ ਜਾਂ 1.5 ਮਹੀਨੇ ਤੱਕ ਤਾਲਿਬਾਨ ਜਿਹੜੇ ਆ ਉਹ ਕਾਬੁਲ ਦੇ ਇੰਨਾ ਕੁ ਨਜ਼ਦੀਕ ਪਹੁੰਚ ਸਕਦੇ ਨੇ ਜੀ, ਸਾਰੇ ਅੰਦਾਜ਼ੇ ਲਾਏ ਹੋਏ ਸੀ। ਪਰ ਤਾਲਿਬਾਨ ਦੀਆਂ ਖਬਰਾਂ ਤੇ ਇਸ ਤਰ੍ਹਾਂ ਆਈਆਂ, ਸਵੇਰ ਨੂੰ ਕਹਿੰਦੇ ਸੀ ਕਿ 100 ਕਿਲੋਮੀਟਰ ਹੈ ਜੀ, ਦੁਪਹਿਰ ਤੱਕ ਉਹ ਕਹਿੰਦੇ 10 ਕਿਲੋਮੀਟਰ ਦੂਰ ਰਹਿ ਗਏ, ਤੇ ਸ਼ਾਮ ਹੁੰਦੇ ਸਾਰ ਉਹ ਕਾਬੁਲ ਦੇ ਵਿੱਚ ਦਾਖਲ ਹੋ ਗਏ ਤੇ ਬਿਨਾਂ ਮੁਕਾਬਲਾ ਜੇਤੂ ਜਿਵੇਂ ਕਰਾਰ ਦਿੱਤੇ ਗਏ ਉਹ। ਬਿਲਕੁਲ। ਤੇ ਅਮਰੀਕਾ ਵਾਲੇ ਕਹਿੰਦੇ ਸੀ ਕਿ 3 ਲੱਖ ਫੌਜ ਅਸੀਂ ਤਿਆਰ ਕੀਤੀ ਹੋਈ ਹੈ ਅਫਗਾਨਿਸਤਾਨ ਦੀ ਜੀ, ਤੇ ਅੱਜ ਜੋ ਬਾਈਡਨ ਕਹਿੰਦੇ ਨੇ ਕਿ ਉਸ 3 ਲੱਖ ਫੌਜ ਨੇ ਦਮਖਮ ਨਹੀਂ ਵਿਖਾਇਆ, ਤੇ ਜਿਹੜਾ ਉਹਨਾਂ ਦਾ ਆਗੂ ਸੀ, ਜਦ ਉਹਨਾਂ ਦਾ ਜਰਨੈਲ ਹੀ ਫੌਜਾਂ ਨੂੰ ਛੱਡ ਕੇ ਭੱਜ ਗਿਆ ਹੋਵੇ ਤੇ ਫਿਰ ਫੌਜਾਂ ਕੀ ਕਰ ਸਕਦੀਆਂ ਨੇ? ਬਿਲਕੁਲ। ਫੌਜਾਂ ਨੇ ਹਥਿਆਰ ਸੁੱਟ ਦਿੱਤੇ, ਹਥਿਆਰ ਤਾਲਿਬਾਨ ਨੂੰ ਸੌਂਪ ਦਿੱਤੇ। ਤਾਲਿਬਾਨ ਨੇ ਜੇਲ੍ਹਾਂ ਖੋਲ੍ਹ ਦਿੱਤੀਆਂ ਜਿੱਥੇ ਹਜ਼ਾਰਾਂ ਤਾਲਿਬਾਨ ਦੇ ਲੜਾਕੇ ਕੈਦੀ ਪਿਛਲੇ ਕਈ ਸਾਲਾਂ ਤੋਂ ਬੰਦ ਸੀ ਜੀ। ਉਹ ਇਸ ਤਰ੍ਹਾਂ ਸਮਾਨ ਚੁੱਕ ਕੇ, ਹਥਿਆਰ ਚੁੱਕ ਕੇ ਭੱਜੇ ਜਿਵੇਂ ਕਿਸੇ ਟ੍ਰੇਨ ਆ ਕੇ ਸਟੇਸ਼ਨ ਤੇ ਰੁਕਦੀ ਹੈ ਤੇ ਉਸ ਵਿੱਚੋਂ ਭਰੀ ਹੋਈ ਟ੍ਰੇਨ ਦੇ ਵਿੱਚੋਂ ਮੁਸਾਫਰ ਉਤਰਦੇ ਨੇ, ਇਸ ਤਰ੍ਹਾਂ ਜਾ ਰਹੇ ਸਨ। ਬੜੇ ਮਜ਼ੇ ਨਾਲ, ਕੋਈ ਗੱਲ ਨਹੀਂ ਸੀ। ਕਾਬੁਲ ਏਅਰਪੋਰਟ ਦੀਆਂ ਤਸਵੀਰਾਂ ਕੱਲ੍ਹ ਸਾਰੀ ਦੁਨੀਆ ਨੇ ਵੇਖੀਆਂ ਜੀ। ਜਹਾਜ਼ਾਂ ਦੇ ਵਿੱਚ ਜਾਣ ਲਈ, ਵੜਨ ਲਈ ਥਰਲੋ ਮੱਛੀ ਹੁੰਦੇ ਲੋਕ, ਫਿਰ ਭੱਜੇ ਜਾਂਦੇ US ਏਅਰਫੋਰਸ ਦੇ ਜਹਾਜ਼ ਦੇ ਨਾਲ ਚੁੰਬੜੇ ਹੋਏ ਲੋਕ ਬਾਹਰਲੇ ਪਾਸੇ, ਬਿਲਕੁਲ ਟਾਇਰਾਂ ਦੇ ਨਾਲ ਚੁੰਬੜੇ ਹੋਏ, ਪਰਾਂ ਦੇ ਨਾਲ ਚੁੰਬੜੇ ਹੋਏ, ਇੰਜਨਾਂ ਦੇ ਨਾਲ ਚੁੰਬੜੇ ਹੋਏ, ਜਾਨ ਦੀ ਪਰਵਾਹ ਕੀਤੇ ਤੋਂ ਬਿਨਾਂ। ਔਰ ਅਸਮਾਨ ਦੇ ਵਿੱਚੋਂ ਡਿੱਗਦੇ ਹੋਏ ਲੋਕਾਂ ਦੀਆਂ ਫੋਟੋਆਂ, ਤਸਵੀਰਾਂ ਸਾਰਿਆਂ ਨੇ ਵੇਖੀਆਂ। ਜੇ ਅਸੀਂ ਇਹਨੂੰ ਬਰੀਕੀ ਨਾਲ ਸੋਚੀਏ ਤੇ ਜਿਸ ਜਹਾਜ਼ ਦੇ ਦਰਵਾਜ਼ੇ ਬੰਦ ਹੋ ਚੁੱਕੇ ਨੇ, ਅਨਲੈਸ ਕਿ ਕੋਈ ਵੱਡੀ ਸ਼ੈ ਉਹਨੂੰ ਮੂਹਰੇ ਹੋ ਕੇ ਅੱਗੋਂ ਰੋਕ ਲਵੇ ਜਾਂ ਜਹਾਜ਼ ਵਿੱਚ ਕੋਈ ਨੁਕਸ ਪੈ ਜਾਵੇ, ਤੇ ਨਹੀਂ ਤੇ ਜਹਾਜ਼ ਨੂੰ ਰੋਕਣਾ ਤੇ ਸੰਭਵ ਹੁੰਦਾ ਨਹੀਂ। ਬਿਲਕੁਲ। ਤੇ ਜਹਾਜ਼ ਜਿਸ ਨੇ ਦੌੜਨ ਵੇਲੇ 300-400 ਕਿਲੋਮੀਟਰ ਦੀ ਰਫ਼ਤਾਰ ਹਾਸਲ ਕਰਨੀ ਹੁੰਦੀ ਹੈ ਜ਼ਮੀਨ ਦੇ ਉੱਪਰ ਹੀ, ਉਹਨੂੰ ਭਲਾ ਤੁਸੀਂ ਰੋਕੋਗੇ ਕਿਵੇਂ? ਬਿਲਕੁਲ। ਹੁਣ ਨੋਕ ਨਾਲ ਭੱਜ ਰਹੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇਸ ਤਰ੍ਹਾਂ ਚਿੰਬੜ ਕੇ ਜਿਹੜਾ ਅਸੀਂ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ। ਅਸਲ ਗੱਲ ਇਹ ਹੈ ਕਿ ਜੋ ਉਹਨਾਂ ਨੂੰ ਪਿੱਛੇ ਨਜ਼ਰ ਆ ਰਿਹਾ ਹੈ
ਉਸ ਤੋਂ ਘਬਰਾ ਕੇ ਉਹ ਭੱਜ ਰਹੇ ਸਨ ਜੀ। ਜਿਵੇਂ ਪਿੱਛੇ ਮੌਤ ਨਜ਼ਰ ਆ ਰਹੀ ਹੈ ਤੇ ਉਹ ਕਹਿੰਦੇ ਵੀ ਹੁਣ ਜੋ ਹੁੰਦਾ ਦੇਖੀ ਜਾਏਗਾ, ਅਸੀਂ ਤੇ ਜਾਣਾ ਹੈ। ਬਿਲਕੁਲ। ਸੋ ਜਾਣ ਦੀ ਠਾਣ ਲਈ ਉਹਨਾਂ ਵਿੱਚੋਂ ਕੁਝ ਸਫਲ ਹੋਏ, ਕੋਈ ਨਹੀਂ ਹੋਏ। ਜਹਾਜ਼ ਦੇ ਅੰਦਰਲੀਆਂ ਫੋਟੋਆਂ ਵੀ ਆਈਆਂ, ਕਾਰਗੋ ਜਹਾਜ਼ ਹੈ ਉਹ ਸਮਾਨ ਵਾਲਾ, ਉਸ ਵਿੱਚ ਇਸ ਤਰ੍ਹਾਂ ਲੋਕ ਬੈਠੇ ਹੋਏ ਨੇ ਜਿਵੇਂ ਇੱਕ ਕਮਰੇ ਦੇ ਵਿੱਚ ਜਾਨਵਰਾਂ ਨੂੰ ਬਿਠਾਇਆ ਹੁੰਦਾ ਇਕੱਠੇ ਕਰਕੇ। ਬਿਲਕੁਲ। ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਸਟੈਂਡ ਦੀ। ਅਮਰੀਕਾ ਨੇ ਕਾਬਲ ਏਅਰਪੋਰਟ ਤੇ ਕਬਜ਼ਾ ਇਸ ਕਰਕੇ ਕੀਤਾ ਕਿ ਘੱਟੋ ਘੱਟ ਸਾਡਾ ਜਿਹੜਾ ਅਮਲਾ ਹੈ, ਸਾਡੇ ਜਿਹੜੇ ਬਾਕੀ ਬਚਦੇ ਫੌਜੀ ਨੇ, ਸਾਡੀ ਐਮਬੈਸੀ ਦਾ ਸਟਾਫ ਹੈ ਜਿਸ ਵਿੱਚ ਐਮਬੈਸਡਰ ਵੀ ਸ਼ਾਮਲ ਨੇ, ਉਹਨਾਂ ਸਾਰਿਆਂ ਨੂੰ ਕੱਢਣਾ ਹੈ ਕਿਸੇ ਤਰੀਕੇ, ਤੇ ਉਹ ਤਾਂ ਹੀ ਕੱਢਿਆ ਜਾ ਸਕਦਾ ਜੇ ਏਅਰਪੋਰਟ ਦਾ ਕੰਟਰੋਲ ਸਾਡੇ ਕੋਲ ਹੋਵੇ। ਬਿਲਕੁਲ। ਐਮਬੈਸੀ ਤੋਂ ਝੰਡਾ ਪਰਸੋਂ ਹੀ ਉਤਾਰ ਲਿਆ ਗਿਆ ਸੀ ਅਮਰੀਕਾ ਨੇ, ਪਰ ਉਸ ਤੇ ਜਿਹੜਾ ਦਬਾਅ ਜੋ ਬਾਈਡਨ ਤੇ ਬਣਿਆ ਕਿ ਤੁਸੀਂ ਹੁਣ ਜਵਾਬ ਦਿਓ ਕਿ ਤੁਸੀਂ ਇਹ ਕੀਤਾ ਕੀ ਹੈ। ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਤੇ ਉਹਨਾਂ ਨੂੰ ਤਿਆਰ ਕੀਤਾ ਸੀ ਤੇ ਰਾਜਾ ਉਹਨਾਂ ਦਾ ਭੱਜ ਗਿਆ, ਉਹਨਾਂ ਦਾ ਜਰਨੈਲ ਭੱਜ ਗਿਆ, ਤੇ ਅਸੀਂ ਕੀ ਕਰਨਾ ਸੀ। ਸੋ ਉਹ ਆਪਣੀ ਗੱਲ ਤੋਂ ਸਟੈਂਡ ਤੇ ਕਾਇਮ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ 20 ਸਾਲ ਲੜਾਈ ਅਸੀਂ ਲੜ ਕੇ ਤੇ ਇੱਕ ਉੱਥੇ ਸਥਿਰ ਸਰਕਾਰ ਜਿਹੜੀ ਆ ਤੇ ਇੱਕ ਫੌਜ ਹੈ ਤੇ ਲੋਕਾਂ ਨੂੰ ਸਿਸਟਮ ਬਣਾ ਕੇ ਦਿੱਤਾ ਹੈ ਜਿਸ ਦੇ ਵਿੱਚ ਲਾਅ ਐਂਡ ਆਰਡਰ, ਪੁਲਿਸ ਤੇ ਹੋਰ ਸਾਰਾ ਸਿਸਟਮ, ਜਿਸ ਦੇ ਵਿੱਚ ਸਕੂਲ ਵੀ ਨੇ, ਹਸਪਤਾਲ ਵੀ ਨੇ, ਸੜਕਾਂ ਵੀ ਨੇ, ਪੁਲ ਵੀ ਨੇ, ਡੈਮ ਵੀ ਨੇ, ਸਭ ਕੁਝ ਬਣਾ ਕੇ ਦਿੱਤਾ ਹੈ। ਉਸ ਵਿੱਚ ਭਾਰਤ ਵੀ ਸ਼ਾਮਲ ਹੈ। ਪਰ ਉਹਨਾਂ ਨੇ ਕਿਹਾ ਕਿ ਜੇ ਇਸ ਤੋਂ ਬਾਅਦ ਅਫਗਾਨਿਸਤਾਨ ਦੇ ਲੋਕ ਨਹੀਂ ਚਲਾ ਸਕੇ ਤੇ ਇਸ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ। ਹੁਣ ਜੋ ਬਾਈਡਨ ਦੀ ਵਿਰੋਧਤਾ ਵੀ ਹੋ ਰਹੀ ਹੈ ਤੇ ਵਿਰੋਧਤਾ ਕਰਨ ਵਾਲੇ ਕੌਣ ਨੇ? ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੱਲ ਆਖੀ ਹੈ ਕਿ ਇਹ ਕਿਹੜਾ ਤਰੀਕਾ ਹੋਇਆ ਇੱਥੋਂ ਨਿਕਲਣ ਦਾ, ਜਦ ਕਿ ਡੋਨਲਡ ਟਰੰਪ ਸਾਹਿਬ ਸ਼ਾਇਦ ਭੁੱਲ ਗਏ ਨੇ ਕਿ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਕੱਢਣ ਦੀ ਗੱਲ ਦੀ ਸ਼ੁਰੂਆਤ ਉਹਨਾਂ ਨੇ ਖੁਦ ਕੀਤੀ ਹੋਈ ਸੀ ਤੇ ਉਹਨਾਂ ਨੇ ਏਜੰਡਾ ਰੱਖਿਆ ਹੋਇਆ ਸੀ ਕਿ ਅਸੀਂ ਫੌਜਾਂ ਵਾਪਸ ਬੁਲਾ ਲੈਣੀਆਂ ਨੇ। ਤੇ ਉਹ ਇਹ ਕਹਿੰਦੇ ਹੁੰਦੇ ਸੀ ਉਸ ਵੇਲੇ ਕਿ ਇਹ ਜਿਹੜੀਆਂ ਲੜਾਈਆਂ ਇਸ ਤਰ੍ਹਾਂ ਦੀਆਂ ਅਸੀਂ ਵੀਅਤਨਾਮ ਦੇ ਵਿੱਚ ਵੀ ਲੜੀਆਂ, ਇਰਾਕ ਦੇ ਵਿੱਚ ਵੀ, ਸੀਰੀਆ ਵਿੱਚ ਵੀ, ਤੇ ਅਫਗਾਨਿਸਤਾਨ 'ਚ ਇੰਨੀ ਲੰਬੀ ਲੜਾਈ ਤੇ ਇੰਨੀ ਮਹਿੰਗੀ, ਇੰਨੀ ਜ਼ਿਆਦਾ ਮਹਿੰਗੀ ਕਿ ਜਿਸ ਦੇ ਉੱਪਰ ਬਿਲੀਅਨਸ ਟ੍ਰਿਲੀਅਨਸ ਜਿਹੜੇ ਅਮਰੀਕਨ ਡਾਲਰ ਜਿਹੜੇ ਸੀ ਉਹ ਖਰਚੇ ਗਏ। 3000 ਦੇ ਲਾਗੇ ਅਮਰੀਕੀ ਫੌਜੀਆਂ ਦੀ ਜਾਨ ਗਈ, ਬ੍ਰਿਟਨ ਦਿਆਂ ਦੀ ਕਿੰਨੀ ਗਈ, ਨੇਟੋ ਫੋਰਸਿਸ ਦੇ ਫੌਜੀਆਂ ਦੀ ਕਿੰਨੇ ਦੀ ਜਾਨ ਗਈ, ਉਸ ਦੀ ਕੋਈ ਅੰਦਾਜ਼ਾ ਨਹੀਂ ਹੈ, ਗਿਣਤੀ ਨਹੀਂ ਹੈ। ਕਿੰਨੇ ਪੱਤਰਕਾਰ, ਕਿੰਨੇ ਆਮ ਲੋਕ ਇਸ ਸਾਰੀ ਜਦੋਜਹਿਦ ਦੇ ਵਿੱਚ ਮਾਰੇ ਗਏ, ਉਸ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਅਮਰੀਕਨਾਂ ਨੂੰ ਤੇ ਹੋਵੇਗੀ। ਇੱਥੇ ਹੀ ਬਸ ਨਹੀਂ, ਅੱਜ ਵੀ ਅਮਰੀਕਾ ਦੀਆਂ ਸੜਕਾਂ ਤੇ ਅਮਰੀਕਾ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਅੰਗਹੀਣ ਹੋ ਚੁੱਕੇ ਫੌਜੀ ਜਿਹੜੇ ਅਫਗਾਨਿਸਤਾਨ 'ਚੋਂ ਤੇ ਇਰਾਕ 'ਚੋਂ ਗਏ ਨੇ, ਜਿਨ੍ਹਾਂ ਦੀ ਕਿਸੇ ਦੀ ਲੱਤ ਨਹੀਂ ਹੈ, ਕਿਸੇ ਦੀ ਬਾਂਹ ਨਹੀਂ ਹੈ, ਕਿਸੇ ਦਾ ਸਰੀਰ ਦਾ ਕੋਈ ਅੰਗ ਨਹੀਂ ਹੈ, ਤੇ ਉਹਨਾਂ ਵਿੱਚੋਂ ਕਈ ਡਿਪਰੈਸ਼ਨ ਦੇ ਮਰੀਜ਼ ਹੋ ਚੁੱਕੇ ਨੇ, ਕਈ ਆਤਮ ਹੱਤਿਆ ਕਰ ਚੁੱਕੇ ਨੇ, ਤੇ ਕਈ ਆਤਮ ਹੱਤਿਆ ਦੇ ਵਿਚਾਰ ਚੁੱਕੀ ਫਿਰਦੇ ਨੇ, ਤੇ ਕਈ ਠੂਠਾ ਫੜ ਕੇ ਮੰਗ ਵੀ ਰਹੇ ਨੇ। ਸੜਕਾਂ 'ਤੇ ਉੱਥੇ ਵੇਖੇ ਜਾ ਸਕਦੇ ਨੇ। ਇਹੋ ਜਿਹੀਆਂ ਰਿਪੋਰਟਸ, ਇਹੋ ਜਿਹੀਆਂ ਡਾਕੂਮੈਂਟਰੀਜ਼ ਪਹਿਲਾਂ ਚੱਲ ਚੁੱਕੀਆਂ ਨੇ, ਅੱਜ ਤੋਂ ਕਈ ਸਾਲ ਪਹਿਲਾਂ। ਸੋ ਅਮਰੀਕਾ ਵਾਸਤੇ ਇਹ ਜੰਗ ਜਿਹੜੀ ਹੈ ਉਹ ਸਤੰਬਰ 11, 2001 ਦੀਆਂ ਘਟਨਾਵਾਂ ਤੋਂ ਬਾਅਦ ਸ਼ੁਰੂ ਹੋਈ। ਜਾਰਜ ਡਬਲਿਊ ਬੁਸ਼ ਨੇ ਆਖਿਆ ਸੀ ਕਿ ਅਸੀਂ ਤਾਲਿਬਾਨ ਨੂੰ ਸਬਕ ਸਿਖਾ ਕੇ ਰਹਾਂਗੇ ਤੇ ਅਸੀਂ ਉਹਨਾਂ ਨੂੰ ਲਾਵਾਂਗੇ। ਲਾ ਵੀ ਦਿੱਤਾ, ਉਸਾਮਾ ਬਿਨ ਲਾਦਨ ਨੂੰ ਮਾਰ ਲਿਆ, ਪਰ ਉਸ ਤੋਂ ਬਾਅਦ ਕੋਈ ਪ੍ਰਾਪਤੀਆਂ ਨਜ਼ਰ ਨਹੀਂ ਆਈਆਂ। ਅਮਰੀਕਾ ਵਾਸਤੇ ਸਿਰਫ ਇੱਕ ਖਰਚੇ ਦਾ ਘਰ ਸੀ। ਪਰ ਅਮਰੀਕਾ ਦੀ ਇੱਕ ਗੱਲ ਮਸ਼ਹੂਰ ਹੈ ਕਿ ਜਿੰਨੀਆਂ ਲੜਾਈਆਂ ਉਹਨਾਂ ਨੇ ਅੱਜ ਤੱਕ ਫਾਈਟ ਕੀਤੀਆਂ ਨੇ, ਲੜੀਆਂ ਨੇ, ਚਾਹੇ ਉਹ ਵੀਅਤਨਾਮ ਦੀ ਜੰਗ ਹੋਵੇ, ਚਾਹੇ ਇਰਾਕ ਦੀ, ਤੇ ਚਾਹੇ ਕੋਈ ਹੋਰ, ਆਪਣੀ ਸਰਜ਼ਮੀਨ ਤੇ ਸੱਜੇ ਕੀਤੇ ਉਹ ਜੰਗ ਨਹੀਂ ਹੋਣ ਦਿੰਦੇ। ਉਹ ਦੂਸਰੀ ਥਾਂ ਤੇ ਜਾ ਕੇ ਲੜਦੇ ਨੇ, ਉੱਥੇ ਫਿਰ ਜਾਨੀ ਤੇ ਮਾਲੀ ਨੁਕਸਾਨ ਹੋਵੇ ਇੱਕ ਵੱਖਰੀ ਗੱਲ ਹੈ, ਪਰ ਆਪਣੀ ਬਾਉਂਡਰੀ ਜਿਹੜੀ ਆ ਉਹਨਾਂ ਨੇ ਇੱਕ ਸੁਰੱਖਿਆ ਛਤਰੀ ਜਿਹੜੀ ਬਣਾਈ ਹੋਈ ਹੈ ਉਸ ਦੇ ਹੇਠਾਂ ਰਹਿੰਦੇ ਨੇ। ਛੋਟੇ-ਮੋਟੇ ਅੱਤਵਾਦੀ ਹਮਲੇ ਹੋ ਜਾਂਦੇ ਨੇ, ਜਦੋਂ ਵੱਡਾ ਉਹਨਾਂ ਤੇ ਹੋਇਆ ਤਾਂ ਫਿਰ ਉਹਨਾਂ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ। ਪਰ ਜੋ ਬਾਈਡਨ ਦੀ ਵਿਰੋਧਤਾ ਹੋ ਰਹੀ ਹੈ, ਜੋ ਬਾਈਡਨ ਪਰ ਡਟੇ ਹੋਏ ਨੇ। ਟਰੰਪ ਨੇ ਤੇ ਇਹ ਵੀ ਆਖਿਆ ਕਿ ਤੁਸੀਂ ਅਸਤੀਫਾ ਦੇ ਦਿਓ, ਪਰ ਉਹ ਅਸਤੀਫਾ ਦੇਣ ਨੂੰ ਤਿਆਰ ਨਹੀਂ। ਉਹਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਤੇ ਇਹ ਕੀ ਬਣੇਗਾ। ਪਰ ਅੰਦਰ ਖਾਤੇ ਕਿਤੇ ਕਨਸੂਆਂ ਇਹ ਵੀ ਨੇ ਕਿ ਤਾਲਿਬਾਨ ਜਿਸ ਨੂੰ ਕਦੇ ਉਸ ਨੂੰ ਗੱਦੀਆਂ ਲਾਉਣ ਲਈ ਤੇ ਖ਼ਤਮ ਕਰਨ ਲਈ, ਉਸ ਨੂੰ ਮਲੀਆਮੇਟ ਕਰਨ ਲਈ ਅਮਰੀਕਾ ਫੌਜਾਂ ਲੈ ਕੇ ਆ ਗਿਆ ਸੀ, ਤੇ ਹੁਣ ਅੰਦਰ ਖਾਤੇ ਇਹਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹੈ। ਦੋਹਾ ਕਤਰ ਦੇ ਵਿੱਚ ਜਿੰਨੀਆਂ ਮੀਟਿੰਗਾਂ 2018 ਤੋਂ ਲੈ ਕੇ ਹੁਣ ਤੱਕ ਹੋਈਆਂ ਨੇ, ਉਸ ਵਿੱਚ ਤਾਲਿਬਾਨ ਦੇ ਧਿਰ ਜਿਹੜੀ ਹੈ ਇੱਕ ਪਾਸੇ ਬੈਠਦੀ ਰਹੀ ਤੇ ਦੂਸਰੇ ਪਾਸੇ ਅਮਰੀਕਾ ਵਾਲੇ ਬੈਠਦੇ ਰਹੇ ਨੇ। ਉੱਥੇ ਫੈਸਲੇ ਹੋਏ ਨੇ ਕਿ ਇਸ ਤਰੀਕ ਤੱਕ, ਇਸ ਸਾਲ ਤੱਕ ਅਸੀਂ ਉੱਥੇ ਆਪਣੀਆਂ ਫੌਜਾਂ ਵਾਪਸ ਬੁਲਾ ਲੈਣੀਆਂ ਨੇ, ਪਰ ਤੁਸੀਂ ਇਹਨਾਂ ਸ਼ਰਤਾਂ ਦੇ ਤਹਿਤ ਉੱਥੇ ਜੇ ਕੋਈ ਸਰਕਾਰ ਚਲਾਉਣੀ ਵੀ ਚਾਹੁੰਦੇ ਹੋ ਤਾਂ ਚਲਾ ਸਕਦੇ ਹੋ। ਦੇਖੋ 2018 ਨੂੰ ਰਿਵਾਈਂਡ ਕਰੋ ਤੇ ਅਮਰੀਕਾ ਨੇ ਉਹਨਾਂ ਮੂਹਰੇ ਸ਼ਰਤਾਂ ਰੱਖੀਆਂ ਕਿ ਤੁਸੀਂ ਇਸ ਹਿਸਾਬ ਨਾਲ ਚੱਲੋ। ਇਹਦਾ ਮਤਲਬ ਅਮਰੀਕਾ ਦੇ ਦਿਮਾਗ ਵਿੱਚ ਉਦੋਂ ਹੀ ਸੀ ਕਿ ਇਹ ਤਾਲਿਬਾਨ ਨੇ ਤੇ ਕਬਜ਼ਾ ਉੱਥੇ ਹੋਣਾ ਹੀ ਹੈ ਇੱਕ ਦਿਨ। ਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਭੁਲੇਖਾ ਸੀ ਇਸ ਗੱਲ ਦਾ, ਤੇ ਅਮਰੀਕਾ ਨੂੰ ਇਸ ਗੱਲ ਦਾ ਪਤਾ ਹੀ ਸੀ, ਤੇ ਉਹਨਾਂ ਨੂੰ ਪਹਿਲਾਂ ਹੀ ਸ਼ਰਤਾਂ ਲਿਖਵਾ ਰਹੇ ਸੀ ਕਿ ਤੁਸੀਂ ਜੇ ਉੱਥੇ ਕਰਨਾ ਤੇ ਔਰਤਾਂ ਨੂੰ ਆਜ਼ਾਦੀ ਦੇ ਹੱਕ ਦਿਓ, ਤੁਸੀਂ ਇਸ ਤਰ੍ਹਾਂ ਸਕੂਲਾਂ ਨੂੰ ਚਲਾਓ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਅਫੀਮ ਨਹੀਂ ਵੇਚ ਸਕਦੇ, ਤੁਸੀਂ ਅੱਤਵਾਦ ਨਹੀਂ ਫੈਲਾ ਸਕਦੇ, ਅੱਤਵਾਦੀ ਸੰਗਠਨਾਂ ਨੂੰ ਪਨਾਹ ਨਾ ਦਿਓ। ਇਹ ਸਾਰਾ ਅਮਰੀਕਾ ਦੀ ਗਿਣੀ ਮਿੱਥੀ ਗਿਣਤੀ ਦੇ ਵਿੱਚ ਜਿਹੜਾ ਆਉਂਦਾ।
ਜੀ ਹੁਣ ਤੁਸੀਂ ਗੱਲ ਕੀਤੀ ਪਾਕਿਸਤਾਨ ਦੀ। ਜੀ ਪਾਕਿਸਤਾਨ ਦੀ ਸਥਿਤੀ ਬੜੀ ਅਜੀਬੋ-ਗਰੀਬ ਹੈ। ਭਾਰਤ ਦੀ ਵੀ ਆ, ਉਹਦੀ ਬਾਅਦ 'ਚ ਗੱਲ ਕਰਾਂਗੇ। ਪਾਕਿਸਤਾਨ ਅਸਲ ਵਿੱਚ ਉੱਤਰੀ ਪਾਕਿਸਤਾਨ ਦੇ ਵਿੱਚੋਂ ਕਹਿੰਦੇ ਨੇ ਕਿ ਤਾਲਿਬਾਨ ਦਾ ਜਨਮ ਹੋਇਆ ਸੀ। ਜੀ ਜਦੋਂ ਰੂਸ ਜਿਹੜਾ ਸੀ ਉਹ ਅਫਗਾਨਿਸਤਾਨ ਦੇ ਵਿੱਚੋਂ ਨਿਕਲ ਰਿਹਾ ਸੀ, ਭੱਜ ਰਿਹਾ ਸੀ, ਤੇ ਜਿਹੜੇ ਸੰਗਠਨ, ਜਿਹੜੇ ਬਾਗੀ ਸੋਵੀਅਤ ਫੌਜਾਂ ਨੂੰ ਅਮਰੀਕਾ ਦੀ ਤੇ ਪਾਕਿਸਤਾਨ ਦੀ ਮਦਦ ਨਾਲ ਉੱਥੋਂ ਭਜਾਉਣ ਲਈ ਲੜਾਈ ਲੜ ਰਹੇ ਸੀ, ਉਹਨਾਂ ਵਿੱਚੋਂ ਸਭ ਤੋਂ ਲੇਟ ਜੇ ਕੋਈ ਸੰਗਠਨ ਉੱਠਿਆ ਉਹ ਤਾਲਿਬਾਨ ਸੀ, ਤੇ ਉਸ ਨੂੰ ਪਾਕਿਸਤਾਨ ਦੀ ISI ਦੀ ਮਦਦ ਪ੍ਰਾਪਤ ਸੀ। ਤਾਲਿਬਾਨ ਅਜਿਹਾ ਲੇਟ ਉੱਠਿਆ ਕਿ ਸਾਰੀ ਲੇਟ ਪਿੱਛੇ ਛੱਡ ਕੇ ਸਾਰਿਆਂ ਦੇ ਸਿਰ ਤੇ ਬੈਠ ਗਏ, ਤੇ ਗੁਲਬਦੀਨ ਹਕਮਤਿਆਰ ਤੇ ਬਰਹਾਨੂਦੀਨ ਰੱਬਾਨੀ ਵਰਗੇ ਪਿੱਛੇ ਰਹਿ ਗਏ ਜਿਹੜੇ ਬਾਗੀ ਸਨ। ਉਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ, ਉਹਨਾਂ ਵਿੱਚੋਂ ਕਈ ਮਰ ਖਪ ਗਏ, ਤੇ ਤਾਲਿਬਾਨ ਸਾਰਿਆਂ ਦੇ ਸਿਰ ਤੇ ਆ ਕੇ ਬੈਠ ਗਿਆ, ਤੇ ਅਲ-ਕਾਇਦਾ ਨੂੰ ਪਨਾਹ ਦੇਣੀ ਸ਼ੁਰੂ ਕਰ ਦਿੱਤੀ। ਅਲ-ਕਾਇਦਾ ਨੂੰ ਪਨਾਹ ਦੇ ਕੇ ਅਲ-ਕਾਇਦਾ ਨੇ ਜੋ ਦੁਨੀਆ ਭਰ ਵਿੱਚ ਅੱਤਵਾਦੀ ਗਤੀਵਿਧੀਆਂ ਚਲਾਈਆਂ, ਜਿਨ੍ਹਾਂ ਵਿੱਚ ਭਾਰਤ ਵਿੱਚ ਵੀ ਹਮਲੇ ਹੋਏ, ਭਾਰਤ ਦਾ ਜਹਾਜ਼ ਵੀ ਲਸ਼ਕਰ-ਏ-ਤੈਯਬਾ ਦੇ ਵੱਲੋਂ ਅਗਵਾ ਕੀਤਾ ਗਿਆ, ਜੈਸ਼-ਏ-ਮੁਹੰਮਦ ਵੱਲੋਂ ਜਿਹੜਾ ਸੀ ਅਗਵਾ ਕੀਤਾ ਗਿਆ, ਹੱਕਾਨੀ ਵਾਲੇ, ਇਹ ਸਾਰੇ ਨੈਟਵਰਕ ਜਿਹੜੇ ਸੀ ਤਾਲਿਬਾਨ ਦੀ ਸਰਪ੍ਰਸਤੀ ਦੇ ਹੇਠ ਤੇ ਪਾਕਿਸਤਾਨ ਦੀ ਸਰਪ੍ਰਸਤੀ ਦੇ ਹੇਠ ਚੱਲੇ ਨੇ। ਬਿਲਕੁਲ। ਹੁਣ ਜਦੋਂ ਉਸਾਮਾ ਬਿਨ ਲਾਦਨ ਤੇ ਉਹਦੇ ਸਾਥੀਆਂ ਨੇ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਬੋਲ ਦਿੱਤਾ, ਫਿਰ ਚੁਆਇਸ ਕੀ ਸੀ? ਤਾਲਿਬਾਨ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਸੀ, ਤੇ ਤਾਲਿਬਾਨ ਨੂੰ ਹੀ ਢਾਉਣ ਜਿਹੜੇ ਅਮਰੀਕਾ ਵਾਲੇ ਆਏ ਸਨ। ਤਾਲਿਬਾਨ ਜਦੋਂ ਖਤਮ ਹੋ ਗਿਆ, ਪਰ ਅੰਦਰ ਖਾਤੇ ਅੱਤਵਾਦੀ ਗਤੀਵਿਧੀਆਂ ਚੱਲਦੇ ਰਹੀਆਂ। ਉਸਾਮਾ ਬਿਨ ਲਾਦਨ ਲੱਭ ਨਹੀਂ ਸੀ ਰਿਹਾ, ਤੇ ਲੱਭਾ ਪਾਕਿਸਤਾਨ ਦੇ ਵਿੱਚ ਐਬਟਾਬਾਦ ਦੇ ਵਿੱਚੋਂ, ਜਿੱਥੇ ਫੌਜੀ ਡਿਫੈਂਸ ਅਕੈਡਮੀ ਦਾ ਸਾਹਮਣੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਹੈ, ਤੇ ਉਹਦੇ ਲਾਗੋਂ ਜਿਹੜਾ ਉਹ ਲੱਭਾ ਸੀ ਉਸਾਮਾ ਬਿਨ ਲਾਦਨ। ਸੋ ਇਹ ਸਾਰੀਆਂ ਗੱਲਾਂ ਪਾਕਿਸਤਾਨ ਦੀ ਸਥਿਤੀ ਜਿਹੜੀ ਆ ਇਸ ਵੇਲੇ ਤੇ ਉਹ ਕੱਛਾਂ ਵਜਾ ਰਹੇ ਨੇ ਕਿ ਅਸ਼ਰਫ ਗਨੀ ਜਿਹੜਾ ਹੈ ਪਾਕਿਸਤਾਨ ਦੇ ਖਿਲਾਫ ਬੋਲਦਾ ਸੀ, ਜਿਹੜਾ ਭੱਜ ਗਿਆ ਰਾਸ਼ਟਰਪਤੀ, ਤੇ ਉਹ ਭਾਰਤ ਦੇ ਹੱਕ ਵਿੱਚ ਬੋਲਦਾ ਸੀ। ਉਹ ਖੁਸ਼ ਨੇ ਕਿ ਭਾਰਤ ਦਾ ਹਮਾਇਤੀ ਉੱਥੋਂ ਭੱਜ ਗਿਆ, ਤੇ ਸਾਡੀ ਹੁਣ ਉੱਥੇ ਜਿਹੜੀ ਪੁੱਛ ਪੜਤਾਲ ਵੱਧ ਹੋਏਗੀ। ਇਹ ਸ਼ਾਇਦ ਉਹਨਾਂ ਦੇ ਮਨ ਦਾ ਵਹਿਮ ਰਹੇਗਾ। ਤਾਲਿਬਾਨ ਆਪਣੇ ਹਿਸਾਬ ਨਾਲ ਚੱਲਦਾ, ਅਮਰੀਕਾ ਨਾਲ ਉਹਨਾਂ ਦੀ ਸੱਠ ਗੱਠ ਕਿਹੋ ਜਿਹੀ ਆ ਇਹ ਸਮਾਂ ਦੱਸੇਗਾ, ਪਰ ਪਾਕਿਸਤਾਨ ਨੂੰ ਕੱਛਾਂ ਨਹੀਂ ਵਜਾਉਣੀ ਚਾਹੀਦੀਆਂ। ਇਸ 2500 ਕਿਲੋਮੀਟਰ ਲੰਬੇ ਬਾਰਡਰ ਦੇ ਜ਼ਰੀਏ ਅਫਗਾਨਿਸਤਾਨ ਤੋਂ ਕੀ ਪਾਕਿਸਤਾਨ ਦੇ ਵਿੱਚ ਆਵੇਗਾ, ਜਿਹਦੇ ਵਿੱਚ ਨਸ਼ੇ ਵੀ ਹਨ, ਬਾਗੀ ਵੀ ਹਨ, ਅੱਤਵਾਦੀ ਵੀ ਹਨ, ਅਸਲਾ ਹਥਿਆਰ ਸਭ ਕੁਝ ਆਉਣਾ ਜੀ। ਇੱਥੇ ਉਹ ਪਾਕਿਸਤਾਨ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ। ਮਤਲਬ ਅਸੀਂ ਕਹਿ ਸਕਦੇ ਹਾਂ ਕਿ 11 ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ, ਆਪਣੇ ਵੀ ਮੋਢਿਆਂ 'ਚ ਜਾਨ ਚਾਹੀਦੀ। ਹੁਣ ਜੇ ਉਹਨਾਂ ਦੇ ਆਪਣੇ ਮੋਢਿਆਂ 'ਚ ਜਾਨ ਹੈ ਨਹੀਂ ਤਾਂ ਕੀ ਕੀਤਾ ਜਾ ਸਕਦਾ? ਤਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਦੌੜ ਗਏ। ਭਾਰਤ ਨਾਲ ਵੀ ਕਿਹੋ ਜਿਹੇ ਸੰਬੰਧ ਰਹਿਣਗੇ, ਤੇ ਅਸ਼ਰਫ ਗਨੀ ਦੇਸ਼ ਛੱਡ ਕੇ ਕੀ ਖਾਲੀ ਹੱਥ ਦੌੜੇ? ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ, ਪਰ ਉਸ ਤੋਂ ਪਹਿਲਾਂ ਸਮਾਂ ਹੋ ਗਿਆ ਬ੍ਰੇਕ ਦਾ। ब्रेक तो बाद स्वागत है। बड़े बड़ों को नाच नचा दूं, चक्कर पे चक्कर चलवा दूं, हाँ हाँ मैं कुर्सी हूं। ਤੇ ਇਸੇ ਕੁਰਸੀ ਨੂੰ ਅਸ਼ਰਫ ਗਨੀ ਛੱਡ ਕੇ ਚਲੇ ਗਏ। ਕੀ ਉਹ ਖਾਲੀ ਹੱਥ ਗਏ? ਕੁਰਸੀ ਜਦੋਂ ਕੰਡਿਆਂ ਦਾ ਤਾਜ ਵੀ ਨਾਲ ਮਿਲਦਾ ਹੋਵੇ ਨਾ ਜੀ, ਫਿਰ ਕੁਰਸੀ ਤੇ ਕੋਈ ਨਹੀਂ ਬੈਠਦਾ। ਬਿਲਕੁਲ। ਅਸ਼ਰਫ ਗਨੀ ਬਾਹਰ ਪੜ੍ਹੇ ਲਿਖੇ ਹੋਏ ਵਿਅਕਤੀ ਨੇ, ਭਾਵੇਂ ਉਹ ਅਫਗਾਨੀ ਮੂਲ ਦੇ ਹੀ ਨੇ, ਅਫਗਾਨੀ ਵੀ ਨੇ ਜੀ। ਉਹਨਾਂ ਦਾ ਵਿਆਹ ਵੀ ਜਿਹੜਾ ਹੈ ਉਹ ਬਾਹਰ ਕਿਸੇ ਇੱਕ ਉਹਨਾਂ ਦੇ ਜੋ ਯੂਨੀਵਰਸਿਟੀ ਦੇ ਵਿੱਚ ਬਾਹਰ USA ਦੇ ਵਿੱਚ ਪੜ੍ਹਦੇ ਸਨ ਜੀ, ਤੇ ਉੱਥੇ ਉਹਨਾਂ ਦਾ ਜਿਹੜਾ ਵਿਆਹ ਹੋਇਆ ਆਪਣੀ ਕਿਸੇ ਕੁਲੀਗ ਦੇ ਨਾਲ। ਉਹਨਾਂ ਦੇ ਬੱਚੇ ਵੀ ਬਾਹਰ ਨੇ, ਸੈਟਲਡ ਨੇ, ਕੋਈ ਕਿਤੇ ਜੌਬ ਕਰਦਾ ਹੈ, ਕੋਈ ਕਿਤੇ ਕਰਦਾ ਹੈ। ਤੇ ਅਸ਼ਰਫ ਗਨੀ ਉਹਨਾਂ ਕੋਲ ਵੀ ਅਮਰੀਕਨ ਸਿਟੀਜ਼ਨਸ਼ਿਪ ਸੀ ਜੀ। ਫਿਰ ਜਦੋਂ ਲੋਕਤੰਤਰ ਦੀ ਸੋ ਕਾਲਡ ਬਹਾਲੀ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਹੋਣੀ ਸ਼ੁਰੂ ਹੋਈ ਜੀ, ਤੇ ਅਸ਼ਰਫ ਗਨੀ ਨੂੰ ਹਾਮਿਦ ਕਰਜ਼ਈ ਤੋਂ ਬਾਅਦ ਮੌਕਾ ਮਿਲਿਆ ਤੇ ਅਸ਼ਰਫ ਗਨੀ ਨੂੰ ਪ੍ਰੈਜ਼ੀਡੈਂਸ਼ੀਅਲ ਅਹੁਦੇ ਵਾਸਤੇ ਉਮੀਦਵਾਰ ਪੇਸ਼ ਕੀਤਾ ਗਿਆ ਤੇ ਅਮਰੀਕਾ ਦੀ ਸਰਪ੍ਰਸਤੀ ਤੇ ਹੋਰਨਾਂ ਮੁਲਕਾਂ ਦੀ ਸਰਪ੍ਰਸਤੀ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਸੀ ਜੀ, ਇਹਨਾਂ ਨੇ ਫਿਰ ਅਸ਼ਰਫ ਗਨੀ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਪ੍ਰੈਜ਼ੀਡੈਂਟ ਬਣ ਗਏ। ਅਸ਼ਰਫ ਗਨੀ ਨੂੰ ਆਮ ਤੌਰ ਤੇ ਇਮਾਨਦਾਰ ਵਿਅਕਤੀ ਵਜੋਂ ਜਿਹੜਾ ਸੀ ਉਹ ਜਾਣਿਆ ਜਾਂਦਾ, ਪਰ ਸਖਤ ਸੁਭਾਅ ਦੇ ਮੰਨੇ ਜਾਂਦੇ ਨੇ। ਪਰ ਉਹਨਾਂ ਨੇ ਕੋਈ ਆਪਣੇ ਵਿਅਕਤੀਗਤ ਜੀਵਨ ਬਾਰੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਬਣ ਕੇ ਖੁਲਾਸੇ ਖਾਸ ਨਹੀਂ ਕੀਤੇ। ਹਾਲਾਂਕਿ ਇੰਨੀ ਗੱਲ ਆਖੀ ਉਹਨਾਂ ਨੇ, ਉਹਨਾਂ ਦੀ ਪਤਨੀ ਦਾ ਨਾਮ ਜਿਹੜਾ ਹੈ ਉਹ ਬੇਸਿਕਲੀ ਕ੍ਰਿਸਚਨ ਮੂਲ ਤੋਂ ਹੈ ਜੀ। ਜਦੋਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਇੰਟਰੋਡਿਊਸ ਕੀਤਾ ਤੇ ਬੀਬੀ ਗੁੱਲ ਵਜੋਂ ਉਹਨਾਂ ਦਾ ਨਾਮ ਦੱਸਿਆ। ਸ਼ਾਇਦ ਉਹ ਡਰਦੇ ਸਨ ਕਿ ਇੱਥੇ ਕੱਟੜਪੰਥੀ ਵਿਚਾਰਾਂ ਵਾਲੇ ਬਹੁਤ ਲੋਕ ਨੇ, ਕਿਤੇ ਨਾ ਕਿਤੇ ਡਰ ਮੌਜੂਦ ਸੀ। ਅਸ਼ਰਫ ਗਨੀ ਅਖੀਰ ਤੱਕ ਤਾਂ ਸਟੈਂਡ ਲੈਂਦੇ ਰਹੇ ਜੀ, ਪਰ ਜਿਵੇਂ ਬਾਹਰੋਂ ਦਬਕੇ ਮਾਰਦੇ ਰਹੇ ਕਿ ਅਸੀਂ ਖੜੇ ਹਾਂ, ਮਰਾਂਗੇ, ਲੜਾਂਗੇ। ਤੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਲੜਾਕੇ ਜਿਹੜੇ ਨੇ ਉਹ ਪਿਛਾਂਹ ਹਟਦੇ ਜਾ ਰਹੇ ਨੇ ਤੇ ਤਾਲਿਬਾਨ ਸਿਰ ਤੇ ਆ ਗਏ ਨੇ, ਉਹਨਾਂ ਨੇ ਸਮਾਨ ਚੁੱਕਿਆ, ਹੈਲੀਕਾਪਟਰ ਲੱਦ ਲਿਆ। 4 ਕਾਰਾਂ ਕਹਿੰਦੇ ਨੇ ਕਿ ਰੂਸ ਦੀ ਐਮਬੈਸੀ ਨੇ ਦਾਅਵਾ ਕੀਤਾ ਹੈ ਜੀ ਕਿ ਅਸ਼ਰਫ ਗਨੀ ਨੇ
4 ਕਾਰਾਂ ਵੱਡੀਆਂ ਜਿਨ੍ਹਾਂ ਵਿੱਚ ਸਾਰੇ 'ਚ ਨਕਦੀ ਭਰੀ ਹੋਈ ਸੀ, ਕੈਸ਼। ਅਸ਼ਰਫ ਗਨੀ ਨੇ 4 ਕਾਰਾਂ ਵੱਡੀਆਂ ਜਿਨ੍ਹਾਂ ਵਿੱਚ ਨਕਦੀ ਕੈਸ਼ ਠੋਕ ਠੋਕ ਕੇ ਭਰੀ ਹੋਈ ਸੀ ਜੀ। ਤੇ ਨਾਲ ਹੈਲੀਕਾਪਟਰ ਦੇ ਵਿੱਚ ਵੀ ਇੰਨੇ ਨੋਟ ਲੱਦੇ ਗਏ ਜੀ ਕਿ ਸਾਰੇ ਫੇਰ ਵੀ ਲੱਦ ਨਹੀਂ ਹੋਏ, ਕਾਰਾਂ ਵੀ ਵਿੱਚੇ ਲੱਦ ਲਈਆਂ। ਵੱਡਾ ਹੈਲੀਕਾਪਟਰ ਸੀ ਤੇ ਉਹ ਨੋਟ ਜਿਹੜੇ ਸੀ ਜਿੱਥੋਂ ਹੈਲੀਕਾਪਟਰ ਨੇ ਉੱਡਣਾ ਸੀ ਕੁਝ ਉੱਥੇ ਹੀ ਪਏ ਰਹਿ ਗਏ, ਉਹਨਾਂ ਨੂੰ ਲੱਦ ਵੀ ਨਹੀਂ ਸਕੇ। ਇਹ ਦਾਅਵਾ ਕੀਤਾ ਹੈ ਰੂਸ ਦੀ ਏਜੰਸੀ ਨੇ। ਜੀ। ਤੇ ਤਾਜਿਕਸਤਾਨ ਨੂੰ ਗਏ ਨੇ ਉੱਡ ਕੇ ਉੱਥੋਂ, ਤੇ ਤਾਜਿਕਸਤਾਨ ਸਰਕਾਰ ਨੇ ਹੱਥ ਜੋੜ ਦਿੱਤੇ ਕਿ ਆਹ ਦੇਖੋ ਭਾਈ ਇੱਥੇ ਨਹੀਂ ਉਤਰਨਾ। ਉਸ ਤੋਂ ਬਾਅਦ ਸਿਰਫ ਇੰਨਾ ਪਤਾ ਹੈ ਕਿ ਓਮਾਨ ਚਲੇ ਗਏ ਨੇ। ਜੀ। ਓਮਾਨ ਦੇ ਵਿੱਚ ਉਹ ਕਿੱਥੇ ਨੇ, ਕਿ ਓਮਾਨ ਸਰਕਾਰ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ ਜਾਂ ਉੱਥੋਂ ਅਮਰੀਕਾ ਜਾਣਗੇ ਜਾਂ ਕੀ ਹੋਵੇਗਾ, ਇਸ ਬਾਰੇ ਕੱਖ ਪਤਾ ਨਹੀਂ ਹੈ, ਪਰ ਉਹ ਜਾਨ ਬਚਾ ਕੇ ਭੱਜ ਗਏ ਨੇ। ਹੁਣ ਜੇ ਅਸੀਂ ਇੱਕ ਪਾਸੇ ਇਹ ਵੀ ਸੋਚ ਆਉਂਦੀ ਹੈ ਕਿ ਹੋ ਸਕਦਾ ਭਾਰਤ ਦੇ ਨਾਲ ਉਹਨਾਂ ਦੀ ਸਾਂਝ ਹੈ ਤੇ ਭਾਰਤ ਨੂੰ ਆ ਜਾਂਦੇ ਭੱਜ ਕੇ, ਜੀ, ਕਿ ਭਾਰਤ ਸਰਕਾਰ ਉਹਨਾਂ ਦੀ ਸਪੋਰਟ ਕਰਦੀ ਸੀ, ਉਹ ਵੀ ਕਰਦੇ ਸੀ, ਜੀ, ਬਹੁਤ ਚੰਗੇ ਸੰਬੰਧ ਸੀ, ਵਪਾਰ ਬੜਾ ਚੱਲ ਰਿਹਾ ਸੀ। ਜੀ। ਹੁਣ ਉਹਨਾਂ ਨੇ ਸ਼ਾਇਦ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਨੂੰ ਜਦੋਂ ਫਰੋਲਿਆ ਹੋਵੇਗਾ, ਤੇ ਡਾਕਟਰ ਨਜੀਬੁੱਲਾ ਨਾਲ ਵੀ ਚੰਗੇ ਸੰਬੰਧ ਸਨ। ਜੀ। ਤੇ ਨਜੀਬੁੱਲਾ ਨੇ ਕੀ ਹੋਇਆ, ਭਾਰਤ ਵਾਲੇ ਉਹਨਾਂ ਨੂੰ ਜਾਂਦੇ ਸੀ ਉਹਨਾਂ ਨੂੰ ਬਾਹਰ ਕੱਢਣ ਲਈ ਕਿ ਦੇਖੋ ਤੁਹਾਡੀ ਮਦਦ ਕਰਦੇ, ਤੁਹਾਨੂੰ ਲੈ ਆਉਂਦੇ ਇੰਡੀਆ ਦੇ ਵਿੱਚ, ਕਿਉਂਕਿ ਬਾਗੀ ਪਹੁੰਚ ਚੁੱਕੇ ਸੀ ਕਾਬਲ ਦੇ ਵਿੱਚ ਉਦੋਂ ਵੀ। ਜੀ। ਤੇ ਉਹਨਾਂ ਦੀ ਮਦਦ ਹੋਈ ਨਾ, ਤੇ ਜਦੋਂ ਇੱਕ ਬਾਗੀ ਗਰੁੱਪ ਨੇ ਉਹਨਾਂ ਨੂੰ ਫੜ ਲਿਆ, ਫੜ ਕੇ ਉਹਨਾਂ ਨੂੰ ਮਾਰ ਕੇ ਜਾਨੋਂ ਗੱਡੀ ਦੇ ਪਿੱਛੇ ਬੰਨ੍ਹ ਕੇ ਕਾਬਲ ਦੀਆਂ ਸੜਕਾਂ ਤੇ ਘਸੀਟਿਆ, ਜੀ। ਤੇ ਨਾਲ ਉਹਨਾਂ ਦੀ ਲਾਸ਼ ਨੂੰ ਇੱਕ ਖੰਭੇ ਦੇ ਨਾਲ, ਲਾਈਟ ਦੇ ਖੰਭੇ ਦੇ ਨਾਲ ਕਈ ਦਿਨ ਲਟਕਾ ਕੇ ਰੱਖ ਛੱਡਿਆ, ਜਿੱਥੋਂ ਸਾਰੀ ਦੁਨੀਆ ਨੇ ਦੇਖਿਆ, ਇਹ ਤਸਵੀਰਾਂ ਦੇਖੀਆਂ, ਵੀਡੀਓ ਦੇਖੀ, ਕੀ ਹੋ ਰਿਹਾ। ਰਾਸ਼ਟਰਪਤੀ ਦੇਸ਼ ਦਾ ਲਮਕਿਆ ਹੋਇਆ ਚੁਰਾਹੇ ਦੇ ਵਿੱਚ। ਤਾਲਿਬਾਨ ਨੇ ਕਿਹਾ ਸੀ ਕਿ ਜਿਹੜੇ ਸਾਡੇ ਖਿਲਾਫ ਲੜਦੇ ਰਹੇ ਨੇ, ਵਿਦੇਸ਼ੀਆਂ ਦੀ ਸ਼ਹਿ ਤੇ ਸਾਡੇ ਲੋਕਾਂ ਦੇ ਜ਼ੁਲਮ ਕਰਦੇ ਰਹੇ ਨੇ, ਉਹਨਾਂ ਦਾ ਹੀ ਹਸ਼ਰ ਹੋਵੇਗਾ। ਜੀ। ਨਜੀਬੁੱਲਾ ਦਾ ਹਸ਼ਰ ਵੇਖਿਆ ਹੋਵੇਗਾ, ਹੋਰਨਾਂ ਦਾ ਵੇਖਿਆ ਹੋਵੇਗਾ, ਤੇ ਭਾਰਤ ਨੂੰ ਸ਼ਾਇਦ ਅਸ਼ਰਫ ਗਨੀ ਨੇ ਨਾ ਸਮਝਿਆ ਹੋਵੇ ਕਿ ਚੰਗੇ ਬਹੁਤੇ ਇਲਾਜ ਨਹੀਂ, ਇਹਨਾਂ ਤੇ ਭਰੋਸਾ ਨਹੀਂ, ਪਤਾ ਨਹੀਂ ਮੈਨੂੰ ਲਿਜਾਣ ਕਿ ਨਾ ਲਿਜਾਣ, ਇਹਦੇ ਨਾਲ ਚੰਗਾ ਹੈ ਭਾਈ ਆਪਣੇ ਨੋਟ ਜਮ੍ਹਾਂ ਕਰੋ, ਤੇ ਜਿੰਨੇ ਨੋਟ ਹਨ ਪਤਾ ਨਹੀਂ ਕਿੱਥੇ ਕਿਹੜੇ ਕੰਮ ਆ ਜਾਣੇ ਨੇ, ਇੱਥੋਂ ਜੋ ਬਚਦਾ ਜਾਂਦੇ ਚੋਰ ਦੀ ਲੰਗੋਟੀ ਸਹੀ ਤੇ ਲੈ ਜਾਓ। ਜੀ। ਅਸ਼ਰਫ ਗਨੀ ਭੱਜ ਗਏ ਨੇ, ਉਹ ਇਸ ਵੇਲੇ ਓਮਾਨ ਵਿੱਚ ਦੱਸੇ ਜਾਂਦੇ ਨੇ। ਪਰ ਅਸ਼ਰਫ ਗਨੀ ਦੇ ਇਸ ਤਰ੍ਹਾਂ ਭੱਜਣ ਨੂੰ ਬਹੁਤੇ ਲੋਕਾਂ ਨੇ ਬਹੁਤ ਤਰੀਕਿਆਂ ਨਾਲ ਵੇਖਿਆ, ਉਹਨਾਂ ਦੀ ਵਿਰੋਧਤਾ ਬਹੁਤ ਹੋਈ ਹੈ, ਉਹਨਾਂ ਦਾ ਕ੍ਰਿਟਿਸਾਈਜ਼ ਉਹਨਾਂ ਨੂੰ ਬਹੁਤ ਲੋਕਾਂ ਨੇ ਕੀਤਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਚੁਆਇਸ ਬਚਦੀ ਨਹੀਂ ਸੀ, ਜਾਂ ਉਹ ਆਪਣੀ ਜਾਨ ਗਵਾਉਂਦੇ ਤੇ ਜਾਂ ਫਿਰ ਜਿਹੜਾ ਸੀ ਉਹ ਲੈ ਕੇ ਭੱਜ ਜਾਂਦੇ। ਉਹਨਾਂ ਨੇ ਦੂਸਰੀ ਆਪਸ਼ਨ ਜਿਹੜੀ ਸੀ ਚੁਣ ਲਈ ਤੇ ਉਹ ਭੱਜ ਗਏ ਨੇ। ਪਰ ਉਹਦਾ ਨਤੀਜਾ ਇਹ ਹੋਇਆ ਕਿ ਸਾਰੇ ਮਹਿਲ ਮੁਨਾਰੇ ਜਿੱਥੇ ਉਹਨਾਂ ਨੇ ਰਾਜ ਕੀਤਾ ਹੋਇਆ ਸੀ, ਉਹ ਕੁਰਸੀਆਂ, ਉਹ ਦਫ਼ਤਰ, ਉਹ ਮਹਿਮਾਨ ਖਾਨੇ ਤੇ ਪਤਾ ਨਹੀਂ ਕੀ ਕੀ ਉੱਥੇ ਹੋਵੇਗਾ, ਉਹ ਸਾਰੇ ਕੁਝ ਖਾਲੀ ਨੇ। ਤੇ ਇਸ ਵੇਲੇ ਤਾਲਿਬਾਨ ਦੇ ਜਿਹੜੇ ਲੜਾਕੇ ਨੇ ਉਹ ਇਸ ਤਰ੍ਹਾਂ ਸੋਫਿਆਂ ਤੇ ਕੁਰਸੀਆਂ ਤੇ ਬੈਠੇ ਨੇ, ਲਿਟੇ ਨੇ ਪਾਰਕਾਂ ਦੇ ਵਿੱਚ, ਤੇ ਵੱਡੀਆਂ ਵੱਡੀਆਂ ਅਸਾਲਟ ਤੇ ਕਲੈਸ਼ਨਕੋਵ ਰਾਈਫਲਾਂ ਉਹਨਾਂ ਦੇ ਕੋਲ ਨੇ, ਤੇ ਉਹ ਉੱਥੇ ਬੈਠੇ ਨੇ। ਇੱਕ ਮਜ਼ਾਕ ਵਾਲੀ ਗੱਲ ਇਸ ਦੇ ਵਿੱਚੋਂ ਨਿਕਲੀ ਆ, ਉਹ ਇਹ ਹੈ ਕਿ CNN ਦੇ ਹਵਾਲੇ ਨਾਲ ਕਿਸੇ ਨੇ ਇੱਕ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਕਿ ਦੇਖੋ ਤਾਲਿਬਾਨ ਬਹੁਤ ਸਿਆਣੇ ਨੇ, ਕਬਜ਼ਾ ਉਹਨਾਂ ਨੇ ਕਰ ਲਿਆ, ਤੇ ਉਹਨਾਂ ਨੇ ਦੇਖੋ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਵੀ ਰੱਖਿਆ ਤੇ ਮਾਸਕ ਵੀ ਸਾਰਿਆਂ ਨੇ ਪਾਏ ਹੋਏ ਨੇ। ਬਿਲਕੁਲ। ਜਦ ਕਿ ਉਹ ਬਾਅਦ ਵਿੱਚ ਫੇਕ ਨਿਕਲੀ ਕਿ CNN ਨੇ ਇਸ ਤਰ੍ਹਾਂ ਦੀ ਕੋਈ ਰਿਪੋਰਟਿੰਗ ਨਹੀਂ ਕੀਤੀ, ਕਿਸੇ ਦਾ ਸ਼ਰਾਰਤੀ ਦਿਮਾਗ ਸੀ। ਪਰ ਭਾਰਤ ਵਿੱਚੋਂ ਕਈ ਲੋਕ CNN ਨੂੰ ਕੋਟ ਕਰਨ ਲੱਗ ਪਏ ਤੇ ਉਹਨਾਂ ਦਾ ਕ੍ਰਿਟਿਸਾਈਜ਼ ਉਹਨਾਂ ਨੂੰ ਕਰਨ ਲੱਗ ਪਏ, ਕਈ ਚੰਗੇ ਬੰਦੇ ਵੀ ਲੱਗ ਪਏ। ਉਹ ਜਿਹੜੇ ਉਹਨਾਂ ਨੇ ਮੂੰਹ ਬੰਨੇ ਹੋਏ, ਜਿਵੇਂ ਤਾਲਿਬਾਨ ਵਾਲੇ ਵੈਸੇ ਬੰਨ੍ਹ ਕੇ ਰੱਖਦੇ ਨੇ, ਤੇ ਉਹਨਾਂ ਨੇ ਮਾਸਕ ਤਾਂ ਕੋਈ ਪਾਏ ਨਹੀਂ ਸੀ ਹੋਏ। ਖੈਰ, ਜਿੰਨਾ ਕੁਛ ਅਫਗਾਨਿਸਤਾਨ ਦੀ ਧਰਤੀ ਤੇ ਹੋਇਆ, ਉਸ ਦੇ ਵਿੱਚ ਮੈਂ ਸਮਝਦਾ ਕਿ ਜਿੰਨੇ ਖੂਨ ਖਰਾਬੇ ਦਾ ਖਦਸ਼ਾ ਸੀ ਉਸ ਤੋਂ ਬਹੁਤ ਘੱਟ ਹੋਇਆ। ਤਾਲਿਬਾਨ ਆਪਣਾ ਇੱਕ ਪੁਰਾਣਾ ਰੂਪ ਹੈ, ਜਿਵੇਂ ਕਹਿੰਦੇ ਨੇ ਕਿ ਹੁਣ ਕਰੋਨਾ ਦੇ ਵੇਰੀਐਂਟ ਆ ਰਹੇ ਨੇ। ਬਿਲਕੁਲ। ਜਿਹੜਾ ਪਹਿਲਾਂ ਆਇਆ ਅਲਫਾ, ਬੀਟਾ, ਗਾਮਾ, ਡੈਲਟਾ ਪਲੱਸ ਆ ਗਿਆ, ਇਸੇ ਤਰ੍ਹਾਂ ਤਾਲਿਬਾਨ 1.0 ਤੇ ਤਾਲਿਬਾਨ 2.0। ਬਿਲਕੁਲ। ਲੋਕੀ ਇਸ ਨੂੰ ਤਕੜੀ 'ਚ ਪਾ ਕੇ ਤੋਲ ਰਹੇ ਨੇ ਜਿਹੜੇ ਮਾਹਿਰ ਨੇ। ਉਹ ਕਹਿੰਦੇ ਨੇ ਕਿ ਤਾਲਿਬਾਨ 1 ਜਿਹੜਾ ਸੀ ਉਹ ਔਰਤ ਦੀ ਆਜ਼ਾਦੀ ਤੇ ਬਿਲਕੁਲ ਰੋਕ ਲਾਉਂਦਾ ਸੀ। ਬਿਲਕੁਲ। ਗੈਰ ਮਰਦ ਦੇ ਨਾਲ ਔਰਤ ਦੀ ਗੱਲਬਾਤ ਤੇ ਵੀ ਰੋਕ ਸੀ। ਔਰਤ ਸਕੂਲ ਨਹੀਂ ਜਾ ਸਕਦੀ, ਬੰਦੇ ਪਤੰਗ ਨਹੀਂ ਉਡਾ ਸਕਦੇ, ਦਾੜੀ ਨਹੀਂ ਕੱਟ ਸਕਦੇ, ਔਰਤ ਬੇਪਰਦਾ ਹੋ ਕੇ ਬਾਹਰ ਜਾ ਨਹੀਂ ਸਕਦੀ, ਕਿਸੇ ਗੈਰ ਮਰਦ ਨਾਲ ਗੱਲ ਨਹੀਂ ਕਰ ਸਕਦੀ। ਇੱਥੋਂ ਤੱਕ ਕਿ ਹਸਪਤਾਲ ਵਿੱਚ ਜੇ ਡਾਕਟਰ ਦੇ ਚੈੱਕਅਪ ਲਈ ਵੀ ਜਾਂਦੀ ਤਾਂ ਉਸਦਾ ਆਪਣਾ ਪਤੀ ਉਸਦੇ ਨਾਲ ਚਾਹੀਦਾ। ਇਸ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਜਿਹੜੀਆਂ ਸੀ ਲੱਗੀਆਂ ਹੋਈਆਂ ਸੀ, ਸਖਤ ਸ਼ਰੀਅਤ ਦਾ ਕਾਨੂੰਨ ਜਿਹੜਾ ਸੀ। ਪਰ 2.0 ਜਿਹੜਾ ਤਾਲਿਬਾਨ ਹੈ, ਮਾਡਲ ਨੰਬਰ 2, ਇਸ ਦੇ ਵਿੱਚ ਥੋੜਾ ਜਿਹਾ ਉਦਾਰਵਾਦੀ ਚਿਹਰਾ ਜਿਹੜਾ ਨਾ ਦੁਨੀਆ ਦੇ ਸਾਹਮਣੇ ਉਹ ਪੇਸ਼ ਕਰ ਰਹੇ ਨੇ। ਨਜ਼ਰ ਆ ਰਿਹਾ ਹਜੇ ਤਾਂ ਫਿਲਹਾਲ ਹਾਲ ਦੀ ਘੜੀ। ਬਿਲਕੁਲ ਸਹੀ ਤੁਸੀਂ ਆਖਿਆ, ਹਾਲ ਦੀ ਘੜੀ ਹੈ ਸਿਰਫ। ਇਹ ਅਜੇ ਬੈਕਗਰਾਊਂਡ 'ਚ ਕੀ ਹੈ, ਇਹ ਕੁਝ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਇਹ ਬਾਹਰ ਨਹੀਂ ਨਿਕਲਣਾ, ਇਹ ਤੁਸੀਂ ਦੇਖੋ ਤੁਹਾਡੇ ਘਰਾਂ 'ਚ ਕੋਈ ਨਹੀਂ ਵੜੇਗਾ। ਤੇ ਆਪਣੇ
ਕਿਉਂਕਿ ਕਨਸਟੀਟਿਊਸ਼ਨ ਉਹਨਾਂ ਦਾ ਆਪਣਾ ਕੋਈ ਲਿਖਤੀ ਸੰਵਿਧਾਨ ਤੇ ਹੈ ਨਹੀਂ ਦੇਸ਼ ਨੂੰ ਚਲਾਉਣ ਦਾ। ਸ਼ਰੀਅਤ ਦਾ ਕਾਨੂੰਨ ਇੱਕ ਵੱਖਰੀ ਚੀਜ਼ ਹੈ। ਬਿਲਕੁਲ। ਤੇ ਉਹ ਆਪਣੇ ਲੜਾਕਿਆਂ ਨੂੰ ਕਹਿ ਰਹੇ ਨੇ, ਉਹਨਾਂ ਨੂੰ ਅਪੀਲ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਥਰੂ, ਟਵਿੱਟਰ ਦੇ ਥਰੂ, ਕਿ ਮੁਜਾਹਿਦੀਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕਿਸੇ ਦੇ ਘਰ 'ਚ ਨਾ ਵੜਨ, ਹਰ ਇੱਕ ਦੀ ਇੱਜ਼ਤ ਹੁੰਦੀ ਹੈ, ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਰਕਾਰ ਚਲਾਉਣ ਵਾਲੇ ਲੋਕ ਨੇ। ਬਿਲਕੁਲ। ਇਹ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਰਹਿਣੀ ਬਹਿਣੀ ਹੈ ਉਸੇ ਤਰ੍ਹਾਂ ਚਲਾਉਣਗੇ ਉਹ। ਪਰ ਤਾਲਿਬਾਨ 2.0 ਜਿਹੜਾ ਹੈ ਉਦਾਰਵਾਦੀ ਚਿਹਰਾ ਪੇਸ਼ ਕਰ ਰਿਹਾ ਹੈ, ਕਿੰਨੀ ਕੁ ਦੇਰ ਚੱਲੇਗਾ ਤੇ ਇਸ ਕਿੰਨੀਆਂ ਕੁ ਰਿਪੋਰਟਾਂ ਬਾਹਰ ਨਿਕਲ ਕੇ ਆਉਂਦੀਆਂ ਨੇ ਇਸ ਗੱਲ ਦਾ ਅਜੇ ਕੋਈ ਪਤਾ ਨਹੀਂ। ਪਰ ਅਸ਼ਰਫ ਗਨੀ ਨੇ ਆਪਣੀ ਜਾਨ ਬਚਾ ਲਈ ਹੈ। ਹਾਮਿਦ ਕਰਜ਼ਈ ਸਾਬਕਾ ਰਾਸ਼ਟਰਪਤੀ ਤੇ ਇੱਕ ਦੋ ਹੋਰ ਆਗੂ, ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਲ ਜੋ ਮਰਜ਼ੀ ਹੋਵੇ, ਅਸੀਂ ਇੱਥੋਂ ਭੱਜਣਾ ਨਹੀਂ ਹੈ। ਤੇ ਤਾਲਿਬਾਨ ਨੇ ਇਹ ਵੀ ਕਹਿ ਦਿੱਤਾ ਕਿ ਪਿਛਲੇ ਸਾਰੇ ਗੁਨਾਹ ਮੁਆਫ, ਕਿਸੇ ਨਾਲ ਕੋਈ ਬਦਲਾ ਲਓ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਅਸੀਂ ਜਿਵੇਂ ਵੀ ਜਿਹੜਾ ਵੀ ਸਾਡੀ ਸ਼ਰੀਅਤ ਦੇ ਕਾਨੂੰਨ ਦੇ ਹਿਸਾਬ ਨਾਲ ਰਹਿਣਾ ਚਾਹੁੰਦਾ ਅਸੀਂ ਉਸ ਨੂੰ ਮਾਫ ਕਰਦੇ ਹਾਂ। ਜੀ। ਅਫਗਾਨਿਸਤਾਨੀ ਬੇੜੀ ਦਾ ਮਲਾਹ ਹੈ ਜਿਹੜਾ ਅਸ਼ਰਫ ਗਨੀ, ਉਹ ਤਾਂ ਬੇੜੀ ਛੱਡ ਕੇ ਦੌੜ ਗਿਆ। ਹੁਣ ਭਾਰਤ ਦਾ ਬਹੁਤ ਪਿਆਰ ਸੀ ਉਹਨਾਂ ਨਾਲ। ਹੁਣ ਤੁਹਾਨੂੰ ਕੀ ਲੱਗਦਾ ਕਿ ਤਾਲਿਬਾਨੀ ਸਰਕਾਰ ਦੇ ਨਾਲ ਭਾਰਤ ਦੇ ਸੰਬੰਧ ਕਿਹੋ ਜਿਹੇ ਹੋਣਗੇ? ਤਾਲਿਬਾਨ ਸਰਕਾਰ ਦੇ ਨਾਲ ਭਾਰਤ ਦੀ ਸਥਿਤੀ ਜਿਹੜੀ ਨਾ, ਇਸ ਨੂੰ ਲਫ਼ਜ਼ ਅਜੀਬੋ-ਗਰੀਬ ਦੇ ਤਹਿਤ ਵਰਤਿਆ ਜਾ ਸਕਦਾ ਹੈ ਜੀ। ਪਹਿਲੀ ਤਾਲਿਬਾਨ ਸਰਕਾਰ ਦੇ ਨਾਲ ਤੇ ਅੱਧੀ ਦੁਨੀਆ ਤੋਂ ਵੱਧ ਦਾ 36 ਦਾ ਅੰਕੜਾ ਜਿਹਨੂੰ ਕਹਿੰਦੇ ਨੇ ਉਹ ਸੀ, ਜਿਨ੍ਹਾਂ ਵਿੱਚੋਂ ਭਾਰਤ ਦਾ ਵੀ ਸੀ। ਤੇ ਭਾਰਤ ਵਾਸੀਆਂ ਨੂੰ ਸੀਨ ਭੁੱਲ ਨਹੀਂ ਸਕਦੇ ਜਦੋਂ ਇਹਨਾਂ ਦਾ ਜਹਾਜ਼ ਅਗਵਾ ਕਰਕੇ ਕੰਧਾਰ ਦੇ ਹਵਾਈ ਅੱਡੇ ਤੇ ਲੈ ਗਏ ਤੇ ਫਿਰ ਅੱਤਵਾਦੀ ਜਿਹੜੇ ਸੀ 3-4 ਵੱਡੇ ਜਿਹੜੇ ਸੀ ਅੱਤਵਾਦੀ ਉਹ ਛੱਡਣੇ ਪਏ ਭਾਰਤ ਸਰਕਾਰ ਨੂੰ ਇਹ ਵਜੋਂ, ਤੇ ਫਿਰ ਮੁਸਾਫਰ ਛੱਡੇ ਸੀ। ਬਿਲਕੁਲ। ਹੁਣ ਉਹ ਇੱਕ ਤੇ ਸਬੰਧ ਉਹ ਹੈ, ਭਾਰਤ ਨੇ ਉਦੋਂ ਵੀ ਕੂਟਨੀਤਿਕ ਰਾਜਨੀਤਿਕ ਸਬੰਧ ਤੋੜ ਲਏ ਸਨ। ਭਾਰਤ ਨੇ ਆਪਣਾ ਸਫਾਰਤਖਾਨਾ ਐਮਬੈਸੀ ਉੱਥੋਂ ਬੰਦ ਕਰ ਦਿੱਤੇ ਸੀ ਜੀ। ਅਜੇ ਜਿਹੜੇ ਮਾਹਰ ਨੇ ਉਹ ਭਾਰਤ ਸਰਕਾਰ ਨੂੰ 2-3 ਤਰ੍ਹਾਂ ਦੀ ਸਲਾਹ ਦੇ ਰਹੇ ਨੇ, ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਜੋ ਕੀਤਾ ਉਹ ਕਹਿੰਦੇ ਨੇ ਕਿ ਸਾਨੂੰ ਯਕੀਨ ਨਹੀਂ ਹੈ ਭਾਈ, ਅਸੀਂ ਆਪਣੇ ਜਹਾਜ਼ ਭੇਜੇ ਨੇ ਤੇ ਜਹਾਜ਼ਾਂ ਦੇ ਵਿੱਚ ਅਮਲਾ ਅਸੀਂ ਵਾਪਸ ਲਿਆ ਰਹੇ ਹਾਂ। ਇੱਕ ਜਹਾਜ਼ ਪਹਿਲਾਂ ਆਇਆ ਸੀ ਪਹਿਲੇ ਦਿਨ ਹੀ, ਉਹ ਪਹਿਲਾਂ ਜਿਹੜਾ ਲੈਣ ਗਿਆ ਸੀ ਉਹ 1 ਘੰਟਾ ਉੱਪਰ ਉੱਡਦਾ ਰਿਹਾ, ਉਸ ਨੂੰ ਲੈਂਡ ਨਹੀਂ ਕਿਸੇ ਨੇ ਕਰਨ ਦਿੱਤਾ। ਫਿਰ ਆ ਪਿਛਲੀ ਲੰਘੀ ਰਾਤ ਨੂੰ 에ਅਰਫੋਰਸ ਦੇ 2 ਜਹਾਜ਼ ਗਏ ਨੇ। 에ਅਰਫੋਰਸ ਦੇ 2 ਜਹਾਜ਼ਾਂ ਦੇ ਵਿੱਚ ਤਕਰੀਬਨ ਸਵਾ ਸੌ ਦੇ ਕਰੀਬ ਜਿਹੜਾ ਲੋਕ ਉੱਥੋਂ ਨਿਕਲੇ ਨੇ, ਜਿਨ੍ਹਾਂ ਵਿੱਚ ਰਾਜਦੂਤ ਵੀ ਨੇ, ਸਫਾਰਤਖਾਨੇ ਦਾ ਸਾਰਾ ਅਮਲਾ, ਐਮਬੈਸੀ ਦਾ ਸਾਜੋ ਸਮਾਨ ਹੈ, ਹੋਰ ਸਾਰੀਆਂ ਚੀਜ਼ਾਂ, ਕੁਝ ਆਮ ਲੋਕ ਪੱਤਰਕਾਰ ਵਗੈਰਾ ਵੀ ਉੱਥੋਂ ਹੌਲੀ ਹੌਲੀ ਨਿਕਲ ਕੇ ਆ ਰਹੇ ਨੇ। ਤੇ ਭਾਰਤ ਦੇ ਘੱਟੋ ਘੱਟ ਵੀ 1000 ਤੋਂ ਉੱਪਰ ਜਿਹੜੇ ਕਾਮੇ ਨੇ, ਕਿਉਂਕਿ ਭਾਰਤ ਨੇ ਉੱਥੇ ਤਕਰੀਬਨ ਬਿਲੀਅਨਸ 3-4 ਬਿਲੀਅਨ ਡਾਲਰ ਜਿਹੜਾ ਹੈ ਅਮਰੀਕਾ ਦਾ ਪਿਛਲੇ ਸਾਲਾਂ 'ਚ ਇਨਵੈਸਟ ਕੀਤਾ। ਭਾਰਤ ਨੇ ਨਿਵੇਸ਼ ਉੱਥੇ ਸਾਰਿਆਂ ਨਾਲੋਂ ਵੱਧ ਕੀਤਾ, ਜਿਸ ਵਿੱਚ ਪੁਲ, ਸਕੂਲ, ਹਸਪਤਾਲ, ਸਰਕਾਰੀ ਜਿਹੜੀਆਂ ਇਮਾਰਤਾਂ, ਸਭ ਕੁਝ ਭਾਰਤ ਨੇ ਕੰਪਨੀਆਂ ਨੇ ਬਣਾ ਕੇ ਦਿੱਤਾ। ਤੇ ਉਸ ਵਿੱਚੋਂ ਲੱਭਤ ਕੀ ਹੈ? ਹੁਣ ਉਹ 2 ਸੂਰਤਾਂ ਨੇ। ਜੇ ਅਸੀਂ ਕਹੀਏ ਵੀ ਸਾਰਾ ਕੁਝ ਖੂਹ 'ਚ ਪੈ ਗਿਆ, ਇਹ ਹੁਣ ਤਾਲਿਬਾਨ ਤੇ ਡਿਪੈਂਡ ਕਰੇਗਾ ਕਿ ਭਾਰਤ ਨਾਲ ਕਿਹੋ ਜਿਹਾ ਸੰਬੰਧ ਰੱਖਦਾ। ਤਾਲਿਬਾਨ 1.0 ਤੇ ਤਾਲਿਬਾਨ 2, ਇਹਦੇ 'ਚ ਭਾਰਤ ਦੇ ਸੰਬੰਧਾਂ ਨਾਲ ਥੋੜ੍ਹਾ ਫਰਕ ਨਜ਼ਰ ਆ ਰਿਹਾ। ਪਹਿਲੇ ਨਾਲ ਬਿਲਕੁਲ ਗੜਬੜ ਸੀ ਤੇ ਅਜੇ ਤੱਕ ਤਾਲਿਬਾਨ ਭਾਰਤ ਦੇ ਖਿਲਾਫ ਕੋਈ ਲਫ਼ਜ਼ ਨਹੀਂ ਬੋਲਿਆ ਜਿਨ੍ਹਾਂ ਨੇ ਉੱਥੇ ਕਬਜ਼ਾ ਕੀਤਾ। ਤੇ ਤਾਲਿਬਾਨ ਉਹਨਾਂ ਅੱਤਵਾਦੀ ਸੰਗਠਨਾਂ ਨੂੰ ਵੀ ਬਹੁਤੀ ਸਪੋਰਟ ਨਹੀਂ ਕਰਦਾ ਜਿਹੜੇ ਭਾਰਤ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਜਾਂ ਕਸ਼ਮੀਰ ਦੇ ਵਿੱਚ ਅੰਜਾਮ ਦਿੰਦੇ ਸੀ। ਜਦੋਂ ਭਾਰਤ ਨੇ ਆਰਟੀਕਲ 370 ਖਤਮ ਕੀਤਾ ਤੇ ਤਾਲਿਬਾਨ ਨੇ ਉਦੋਂ ਵੀ ਕਹਿ ਦਿੱਤਾ ਸੀ ਕਿ ਉਹਨਾਂ ਦਾ ਆਪਣਾ ਮਸਲਾ, ਸਾਨੂੰ ਇਹਦੇ ਨਾਲ ਬਹੁਤਾ ਮਤਲਬ ਨਹੀਂ, ਅਸੀਂ ਆਪਣਾ ਮੁਲਕ ਚਲਾਉਣਾ। ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਦੇ ਸੰਬੰਧ ਉਹਨਾਂ ਨਾਲ ਪਹਿਲਾਂ ਨਾਲੋਂ ਬਿਹਤਰ ਹੋਣਗੇ, ਪਰ ਅਜੇ ਇਹਨਾਂ ਨੇ ਹਫੜਾ ਦਫੜੀ ਜਿਹੜੇ ਨੇ ਪੈਨਿਕ ਬਟਨ ਦੱਬ ਦਿੱਤਾ ਹੈ ਭਾਰਤ ਸਰਕਾਰ ਨੇ ਕਿ ਕੱਢ ਲਓ ਆਪਣੇ ਬੰਦਿਆਂ ਨੂੰ, ਫਿਰ ਦੇਖਾਂਗੇ ਅਗਲੀ ਗੱਲ ਫਿਰ ਕੀ ਹੋਏਗਾ। ਹੁਣ ਉਹਨਾਂ ਨੂੰ ਕੱਢ ਲਿਆ, ਕੱਢਣ ਜਾ ਰਹੇ ਨੇ। ਕਿੰਨੇ ਕੁ ਵਾਪਸ ਆਉਂਦੇ ਨੇ? ਕਿ ਕੰਪਨੀਆਂ ਉੱਥੇ ਹੌਲੀ ਹੌਲੀ ਆਪਣਾ ਕੰਮ ਚਲਾਉਂਦੀਆਂ ਰਹਿਣਗੀਆਂ ਜਾਂ ਨਹੀਂ, ਇਸ ਗੱਲ ਦੇ ਬਾਰੇ ਅਜੇ ਕੁਝ ਪਤਾ ਨਹੀਂ ਜੀ। ਬਿਲਕੁਲ। ਤਾਲਿਬਾਨੀ ਕਿਉਂਕਿ ਕੱਟੜਪੰਥੀ ਸਰਕਾਰ ਮੰਨੀ ਜਾਂਦੀ ਹੈ, ਇਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਖਬਰਾਂ ਹੋਰ ਵੀ ਨੇ ਜੋ ਅਸੀਂ ਡਿਸਕਸ ਕਰਾਂਗੇ, ਪਰ ਵੇਲਾ ਹੋ ਗਿਆ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਹੀਰ ਜੀ, ਹੁਣ ਬਹੁਤ ਸਾਰੇ ਡਿਸਕਸ ਕਰਨ ਤੋਂ ਬਾਅਦ ਇਹ ਸਾਰੇ ਮਾਮਲੇ, ਹੁਣ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਹਿੰਦੂ ਸਿੱਖ ਉੱਥੇ ਫਸੇ ਹੋਏ ਨੇ ਅਫਗਾਨਿਸਤਾਨ ਵਿੱਚ, ਉਹਨਾਂ ਦਾ ਹੁਣ ਕੀ ਬਣੇਗਾ? ਹਿੰਦੂ ਭਾਈਚਾਰੇ ਦੇ ਲੋਕ ਥੋੜ੍ਹੇ ਜਿਹੇ ਘੱਟ ਨੇ, ਸਿੱਖ ਭਾਈਚਾਰੇ ਨਾਲ ਸੰਬੰਧਿਤ ਸ਼ਾਇਦ 200 ਦੇ ਕਰੀਬ ਕਿਹਾ ਜਾ ਰਿਹਾ ਸੀ ਜੀ, ਪਰ ਇੱਥੋਂ ਕਾਫੀ ਲੋਕਾਂ ਨੂੰ ਕੱਢਣ ਦੀ ਪਿਛਲੇ ਸਮੇਂ 'ਚ ਕੋਸ਼ਿਸ਼ ਵੀ ਕੀਤੀ ਗਈ ਜੀ, ਪਰ ਸਾਰੇ ਨਿਕਲ ਨਹੀਂ ਸਕੇ ਜੀ। ਕੁਝ ਹਮਲਾ ਵੀ ਇਹਨਾਂ ਤੇ ਹੋਇਆ ਸੀ, ਇੱਕ ਗੁਰਦੁਆਰੇ ਦੇ ਬਾਹਰ ਬੰਬ ਧਮਾਕਾ ਹੋ ਗਿਆ ਜਿਸ ਵਿੱਚ ਕਾਫੀ ਲੋਕ ਮਾਰੇ ਗਏ ਸੀ। ਹੁਣ ਉੱਥੇ ਕਈ ਇਤਿਹਾਸਿਕ ਗੁਰਦੁਆਰੇ ਨੇ, ਕਈ ਬਣਾਏ ਹੋਏ ਨੇ ਸਿੱਖਾਂ ਨੇ ਬਾਅਦ ਵਿੱਚ, ਕਿਉਂਕਿ ਸਿੱਖ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਥੱਲੇ ਸਾਰਾ ਇਹ ਖੇਤਰ ਸੀ ਤੇ ਗੁਰਦੁਆਰੇ ਕੁਦਰਤੀ ਤੌਰ ਤੇ ਹੋਣਗੇ, ਪਰ ਅਜੇ ਵੀ ਉੱਥੇ ਕੁਝ ਸਿੱਖ ਭਾਈਚਾਰੇ ਦੇ ਲੋਕ ਹਨ। ਕੁਝ ਦਿਨ ਪਹਿਲਾਂ ਖਬਰ ਆ ਗਈ ਸੀ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਿਸ਼ਾਨ ਸਾਹਿਬ ਜਿਹੜਾ ਉਤਾਰ ਦਿੱਤਾ ਗਿਆ,
ਜੀ ਤਾਲਿਬਾਨ ਨੇ ਦੇ ਲੜਾਕੇ ਉੱਥੇ ਆਏ ਤੇ ਉਹਨਾਂ ਕਿਹਾ ਕਿ ਨਿਸ਼ਾਨ ਸਾਹਿਬ ਲਾ ਦੇ ਉੱਥੋਂ। ਜੀ ਇਸਲਾਮਿਕ ਮੁਲਕ ਆ ਤੇ ਇੱਥੇ ਹੋਰ ਕਿਸੇ ਨੂੰ ਕੋਈ ਇਜਾਜ਼ਤ ਨਹੀਂ। ਜੀ ਪਰ ਉਹ ਕਹਿੰਦੇ ਨੇ ਕਿ ਬਾਅਦ ਵਿੱਚ ਨਿਸ਼ਾਨ ਸਾਹਿਬ ਵੀ ਲਾ ਦਿੱਤਾ ਗਿਆ ਤੇ ਤਾਲਿਬਾਨ ਨੇ ਭਰੋਸਾ ਦਿੱਤਾ ਹੈ ਸਿੱਖ ਭਾਈਚਾਰੇ ਦੇ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਕਿ ਤੁਸੀਂ ਇੱਥੇ ਸੁਰੱਖਿਅਤ ਹੋ, ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਆਪਣਾ ਰਹੋ ਧਰਮ ਦੇ ਵਿੱਚ, ਜਿਹੜੀ ਤੁਸੀਂ ਪ੍ਰੈਕਟਿਸ ਕਰਨੀ ਚਾਹੁੰਦੇ ਕਰੋ ਜੀ ਤੇ ਤੁਹਾਨੂੰ ਕੋਈ ਖਤਰਾ ਨਹੀਂ, ਤੁਸੀਂ ਇੱਥੋਂ ਭੱਜਣ ਦੀ ਕੋਸ਼ਿਸ਼ ਨਾ ਕਰੋ। ਜੀ ਇੱਕ ਰਿਪੋਰਟ ਆਈ ਕਿ ਕਾਬੁਲ ਦੇ ਇੱਕ ਗੁਰਦੁਆਰੇ ਦੇ ਵਿੱਚ ਮੀਟਿੰਗ ਜਿਹੜੀ ਹੋਈ ਹੈ ਤੇ ਉੱਥੇ ਸਾਰੇ ਪਹੁੰਚੇ ਹੋਏ ਨੇ, ਸੁਰੱਖਿਅਤ ਨੇ, ਕੋਈ ਇਹੋ ਜਿਹੀ ਕੋਈ ਖਤਰੇ ਵਾਲੀ ਗੱਲ ਨਹੀਂ। ਇਹ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਦਿੱਤੀ ਹੈ। ਜੀ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹਾਂ ਕਿਉਂਕਿ ਕਨੈਕਸ਼ਨ ਕੱਟਿਆ ਨਹੀਂ ਹੈ ਤੇ ਇਸ ਕਰਕੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਗਾਂ ਜੋ ਹੋਵੇਗਾ ਉਸ ਦੀ ਰਣਨੀਤੀ ਬਾਅਦ ਵਿੱਚ ਤਿਆਰ ਕੀਤੀ ਜਾਵੇਗੀ। ਅਜੇ ਭਾਈਚਾਰਾ ਸੁਰੱਖਿਅਤ ਦੱਸਿਆ ਜਾਂਦਾ। ਜੀ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੈਗਾਸਸ ਜਸੂਸੀ ਮਾਮਲਾ ਜੋ ਕਿ ਇਸ ਵੇਲੇ ਕਾਫੀ ਤੂਲ ਫੜਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਵੀ ਦਾਇਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਾਂਚ ਕਮੇਟੀ ਦੀ ਮੰਗ ਕੀਤੀ ਹੈ। ਪਰ ਹਰ ਇੱਕ ਦੇ ਬਿਆਨ ਸਾਡੇ ਸਾਹਮਣੇ ਆ ਗਏ। ਪਰ ਇਹ ਦੱਸੋ ਕਿ ਅਕਾਲੀ ਦਲ ਕਿਉਂ ਚੁੱਪ ਵੱਟੀ ਬੈਠਾ ਹੈ? ਉਹ ਤਾਂ ਭਾਜਪਾ ਦਾ ਭਾਈਵਾਲ ਰਹਿ ਚੁੱਕਾ ਹੈ। ਜੀ ਪੈਗਾਸਸ ਮਾਮਲਾ ਜਿਵੇਂ ਤੁਸੀਂ ਕਿਹਾ ਕਿ ਇਹਨੇ ਕਾਫੀ ਤੂਲ ਫੜੀ ਇਹਨੇ, ਜੀ ਪਰ ਇਹ ਉਸ ਵੇਲੇ ਸਾਹਮਣੇ ਆਇਆ ਜਦੋਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਜੀ ਉਧਰੋਂ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਤੇ ਪੈਗਾਸਸ ਦਾ ਰੌਲਾ ਪੈ ਗਿਆ। ਜੀ ਹੁਣ ਭਾਜਪਾ ਵਾਲੇ ਤੇ ਕਹਿੰਦੇ ਸੀਗੇ ਕਿ ਇਹ ਸੰਬੰਧ ਕੀ ਹੋਇਆ, ਦੇਖੋ ਅਸੀਂ ਤੇ ਇੰਨੇ ਗੰਭੀਰ ਮੁੱਦੇ ਵਿਚਾਰਨੇ ਸੀ ਤੇ ਪੈਗਾਸਸ ਵਾਲਾ ਸ਼ੋਸ਼ਾ ਕਿਨੇ ਛੱਡਿਆ। ਪਰ ਉਹ ਗਲਤ ਸੀ, ਇੱਥੇ ਸ਼ੋਸ਼ਾ ਨਹੀਂ ਸੀ ਤੇ ਨਾ ਇਕੱਲੇ ਭਾਰਤ ਵਿੱਚ ਇਸ ਦੀ ਖਬਰ ਆਈ ਹੈ। ਬਿਲਕੁਲ ਇਸ ਦੀਆਂ ਤਾਰਾਂ ਤੇ ਫਰਾਂਸ, ਅਮਰੀਕਾ ਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨਾਲ ਜੁੜੀਆਂ ਹੋਈਆਂ ਸਨ। ਇਜ਼ਰਾਈਲ ਦੀ NSO ਜਿਹੜੀ ਕੰਪਨੀ ਹੈ ਉਸਨੇ ਸੌਫਟਵੇਅਰ ਬਣਾਇਆ। ਉਹ ਕਹਿੰਦੇ ਅਸੀਂ ਕਿਸੇ ਨੂੰ ਇਦਾਂ ਨਹੀਂ ਦਿੰਦੇ, ਜ਼ਿੰਮੇਵਾਰ ਲੋਕਾਂ ਨੂੰ ਦਿੰਦੇ ਆ। ਫਿਰ ਉਹ ਕਹਿੰਦੇ ਕਿ ਨਹੀਂ ਅਸੀਂ ਕਈਆਂ ਦੇ ਲਾਇਸੈਂਸ ਕੈਂਸਲ ਵੀ ਕੀਤੇ ਨੇ। ਫਿਰ ਰੇਟ ਲਿਸਟ ਵੀ ਸਾਹਮਣੇ ਆ ਗਈ ਕਿ $5 ਲੱਖ ਦਾ, $6 ਲੱਖ ਦਾ ਇਹਦਾ ਆ ਆਇਆ, ਅਸੀਂ ਇੰਸਟਾਲ ਵੀ ਕਰਕੇ ਦੇਣਾ। ਤੇ ਪੰਜਾਬ ਦੇ 2 ਵਕੀਲਾਂ ਦੇ ਨਾਮ ਵੀ ਆਏ। ਜੀ ਉਹ ਖਾਲੜਾ ਮਿਸ਼ਨ ਕਮਿਸ਼ਨ ਦੇ, ਖਾਲੜਾ ਜਿਹੜਾ ਕਮਿਸ਼ਨ ਹੈ ਉਹ ਮਿਸ਼ਨ ਦਾ, ਉਹਦੇ ਨਾਲ ਸੰਬੰਧਿਤ 2 ਵਕੀਲ ਨੇ, ਉਹਨਾਂ ਦੇ ਫੋਨਾਂ ਦੀ ਵੀ ਗੱਲ ਆਈ ਕਿ ਉਹਨਾਂ ਦੀ ਵੀ ਜਸੂਸੀ ਹੋਈ ਹੈ। ਭਾਰਤ ਸਰਕਾਰ ਇਸ ਮਾਮਲੇ ਤੇ ਬੈਕਫੁੱਟ ਤੇ ਰਹੀ ਹੈ ਤੇ ਵਿਰੋਧੀ ਧਿਰਾਂ ਮੁਜ਼ਾਹਰੇ ਕਰਦੀਆਂ ਰਹੀਆਂ। ਇਕੱਠੇ ਹੋ ਕੇ ਉਹਨਾਂ ਨੇ ਮੀਟਿੰਗਾਂ ਕੀਤੀਆਂ, ਸਰਬ ਪਾਰਟੀ ਮੀਟਿੰਗ ਵੀ ਕੀਤੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜੀ ਕਿ ਇਸ ਮੁੱਦੇ ਤੇ ਸਰਕਾਰ ਤੇ ਦਬਾਅ ਪਾਈਏ, ਕੁਝ ਕਰੀਏ। ਪਰ ਵਿਰੋਧੀ ਧਿਰ ਕਮਜ਼ੋਰ ਹੈ, ਵਿਰੋਧੀ ਧਿਰ ਕੋਲ ਇੰਨੀ ਤਾਕਤ ਨਹੀਂ ਹੈ ਤੇ BJP ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਪਤਾ ਨਹੀਂ ਕਿੰਨੇ ਕੋ ਬਿੱਲ ਜਿਹੜੇ ਨੇ ਉਹਦੇ ਸੈਸ਼ਨ ਦੇ ਵਿੱਚ ਪਾਸ ਕਰ ਲਏ ਨੇ। ਬਾਕੀ ਸਵਾਲ ਜਵਾਬ ਉੱਥੇ ਹੋਇਆ ਕੋਈ ਨਹੀਂ ਤੇ ਉਹ ਸਾਰਾ ਮਾਮਲਾ ਜਿਹੜੀ 13 ਅਗਸਤ ਨੂੰ ਲੋਕ ਸਭਾ ਦੀ ਕਾਰਵਾਈ ਮੁੱਕਣੀ ਸੀ, ਉਹ 2 ਦਿਨ ਪਹਿਲੇ ਹੀ ਅਡਜਰਨ ਹੋ ਕੇ ਜਿਹੜਾ ਸੀ ਉਹ ਸਾਰਾ ਕੁਝ ਮੌਨਸੂਨ ਸੈਸ਼ਨ ਖੂਹ ਦੇ ਵਿੱਚ ਖਟਾਈ 'ਚ ਪੈ ਗਿਆ ਤੇ ਕੁਝ ਉਸ ਵਿੱਚੋਂ ਨਿਕਲਿਆ ਨਹੀਂ। ਪਰ ਸਾਰੀਆਂ ਧਿਰਾਂ ਜਦੋਂ ਇਕਜੁੱਟ ਨਜ਼ਰ ਆਈਆਂ, ਜਦੋਂ ਰਾਹੁਲ ਗਾਂਧੀ ਨੇ ਸਾਰਿਆਂ ਨੂੰ ਇਕੱਠੇ ਕੀਤਾ ਜੀ, ਤੇ ਉਸ ਵਿੱਚੋਂ ਜੇ ਕੋਈ ਪਾਰਟੀ ਮਿਸਿੰਗ ਸੀ, ਵਿਰੋਧੀ ਧਿਰਾਂ ਦੀ ਮੈਂ ਗੱਲ ਕਰ ਰਿਹਾ, ਤੇ ਉਹ ਸੀ ਅਕਾਲੀ ਦਲ। ਹੁਣ ਅਕਾਲੀ ਦਲ ਨੂੰ ਜਦੋਂ ਪੁੱਛਿਆ ਕਿ ਤੁਸੀਂ ਇਹ ਕੀ ਕੀਤਾ, ਤੁਸੀਂ ਕਿਉਂ ਨਹੀਂ ਇਕੱਠੇ ਹੋਏ, ਤੇ ਉਹ ਪਹਿਲਾਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਇਹ ਕਹਿੰਦੇ ਨੇ ਕਿ ਸਾਨੂੰ ਸੱਦਿਆ ਨਹੀਂ ਗਿਆ, ਸਾਨੂੰ ਤੇ ਬੁਲਾਇਆ ਕਿਸੇ ਨੇ ਉੱਥੇ ਉਸ ਮੀਟਿੰਗ 'ਚ। ਇੱਕ ਗੱਲ। ਦੂਸਰੀ ਇਹ ਕਿ ਉਹ ਕਹਿੰਦੇ ਨੇ ਕਿ ਸਾਡੇ ਲਈ ਪੈਗਾਸਸ ਜ਼ਰੂਰੀ ਹੈ ਪਰ ਕਿਸਾਨ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਨਹੀਂ। ਇਸ ਕਰਕੇ ਅਸੀਂ ਕਿਸਾਨ ਅੰਦੋਲਨ ਦੇ ਕਰਕੇ ਹੀ ਸਾਰਾ ਜਿਹੜਾ ਹੈ ਮੌਨਸੂਨ ਦਾ ਸੈਸ਼ਨ ਜਿਹੜਾ ਅਸੀਂ ਬਾਈਕਾਟ ਕੀਤਾ ਤੇ ਇਸ ਨੂੰ ਨਹੀਂ ਚੱਲਣ ਦਿੱਤਾ, ਤੇ ਇਸ ਕਰਕੇ ਪੈਗਾਸਸ ਦੇ ਮਾਮਲੇ ਵਿੱਚ ਅਸੀਂ ਜਿਹੜਾ ਹੈ ਉਹ ਬੈਠੇ ਨਹੀਂ। ਪਰ ਇਹ ਗੱਲ ਉਹਨਾਂ ਦੀ ਵਾਜਬ ਨਹੀਂ ਜਾਪਦੀ। ਕਿਉਂ ਕਿ ਜੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰਨੀ ਹੈ ਤੇ ਕਰੋ, ਤੇ ਦੂਸਰੇ ਪਾਸੇ ਜੇ ਨਾਲ ਪੈਗਾਸਸ ਦੀ ਗੱਲ ਵੀ ਵਿਰੋਧੀ ਧਿਰਾਂ ਕਰ ਰਹੇ ਤਾਂ ਉੱਥੇ ਵੀ ਤੁਸੀਂ ਸ਼ਾਮਲ ਹੋਵੋ। ਬਿਲਕੁਲ। ਇੱਥੇ ਸਵਾਲ ਉਪਜਦੇ ਨੇ। ਇੱਕ ਇਹ ਕਿ ਭਾਜਪਾ ਤੇ ਅਕਾਲੀ ਦਾ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ 9 ਮਾਸ ਦਾ ਰਿਸ਼ਤਾ ਆਖਦੇ ਸੀ, ਕਿ ਇਹ ਸਿਰਫ ਕਿਸਾਨ ਅੰਦੋਲਨ ਕਰਕੇ ਟੁੱਟਿਆ ਤੇ ਬਾਕੀ ਮੁੱਦਿਆਂ ਤੇ ਉਹਨਾਂ ਨਾਲ ਸਹਿਮਤੀ ਹੈ ਜਾਂ ਫਿਰ ਟੁੱਟਿਆ ਜਾਂ ਨਹੀਂ, ਟੁੱਟਿਆ ਜਾਂ ਨਹੀਂ ਹਲੇ। ਬਿਲਕੁਲ। ਦੇਖੋ ਨਾ ਜੀ, 370 ਆਰਟੀਕਲ ਜਦੋਂ ਖਤਮ ਕੀਤਾ, ਡਿਮੋਨੀਟਾਈਜੇਸ਼ਨ ਹੋਇਆ, GST ਆਈ ਆ, CA ਦੇ ਬਿੱਲ ਆਏ, NRC ਦਾ ਆਇਆ, ਸਾਰਾ ਕੁਝ ਹੋਇਆ ਤੇ ਅਕਾਲੀ ਦਲ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ। ਕਿਸਾਨ ਅੰਦੋਲਨ ਤੇ ਵੀ ਉਦੋਂ ਛੱਡਿਆ ਜਦੋਂ ਪਾਣੀ ਜਿਹੜਾ ਸਿਰ ਤੋਂ ਦੀ ਲੰਘ ਚੁੱਕਾ ਸੀ, ਜਦੋਂ ਆਪਣੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਹਾਂਜੀ, ਵਿਰੋਧਤਾ ਬਹੁਤ ਜ਼ਿਆਦਾ ਹੋਈ। ਸੋ ਇਸ ਮਾਮਲੇ ਤੇ ਸੋਚਣਾ ਬਣਦਾ ਹੈ ਕਿ ਕੀ ਕੱਲ ਨੂੰ ਜੇ ਕਿਸਾਨੀ ਮੁੱਦਿਆਂ ਦਾ ਹੱਲ ਕੋਈ ਨਿਕਲ ਆਉਂਦਾ ਹੈ ਤੇ ਇਹ ਫਿਰ ਭਾਜਪਾ ਤੇ 9 ਮਾਸ ਦਾ ਰਿਸ਼ਤਾ ਜਿਹੜਾ ਹੈ ਅਕਾਲੀ ਦਲ ਦਾ ਬਰਕਰਾਰ ਹੋਵੇਗਾ। ਬਿਲਕੁਲ। ਜੇ ਜਾਪਦਾ ਨਹੀਂ, ਉਹਨਾਂ ਨੇ ਨਾ ਕੀਤੀ ਸੁਖਬੀਰ ਸਿੰਘ ਬਾਦਲ ਨੇ, ਪਰ ਭਾਜਪਾ ਵਾਲੇ ਸ਼ਾਇਦ ਹੋਪਫੁਲ ਹੋਣ, ਪਰ ਉਧਰ ਹੁਣ ਜਾਰੀ ਬਹੁਜਨ ਸਮਾਜ ਪਾਰਟੀ ਨੇ ਪੈ ਚੁੱਕੀ ਹੈ, ਸਾਨੂੰ ਸੋਚਣਾ ਪਏਗਾ। ਇੱਕ ਹੋਰ ਗੱਲ ਹੈ, ਜੇ 1 ਮਿੰਟ ਲਈ ਅਸੀਂ ਮੰਨ ਲਈਏ ਕਿ ਬੀਬੀ ਹਰਸਿਮਰਤ ਕੌਰ ਬਾਦਲ ਠੀਕ ਕਹਿੰਦੇ ਨੇ ਕਿ ਕਿਸਾਨੀ ਅੰਦੋਲਨ ਸਭ ਤੋਂ ਅਹਿਮ ਮੁੱਦਾ ਹੈ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਵੇਂ ਹਲਕਿਆਂ ਦੇ ਵਿੱਚ ਜਾਂ ਪੁਰਾਣੇ ਹਲਕਿਆਂ ਦੇ ਵਿੱਚ ਉਮੀਦਵਾਰ ਐਲਾਨ ਰਹੇ ਨੇ, ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਨੇ, ਬਿਲਕੁਲ, ਔਰ ਬੰਦਿਆਂ ਨੂੰ ਸ਼ਾਮਲ ਕਰ ਰਹੇ ਨੇ ਰੋਜ਼ ਆਪਣੀ ਪਾਰਟੀ ਦੇ ਵਿੱਚ ਇਕੱਠ ਕਰਕੇ, ਕਦੀ ਕਿਤੇ ਕੁਝ ਹੋ ਰਿਹਾ, ਕਈ ਕੁਝ ਹੋ ਰਿਹਾ ਰਾਜਨੀਤਿਕ ਤੌਰ ਤੇ, ਬਿਲਕੁਲ, ਸਾਰੀ ਹਲਚਲ ਤੇਜ਼ ਕੀਤੀ ਹੋਈ ਹੈ।
ਤੇ ਉਸ ਵਿੱਚ ਕਿਸਾਨ ਅੰਦੋਲਨ ਤਾਂ ਗੱਲ ਵੀ ਨਹੀਂ ਹੋ ਰਹੀ। ਬਿਲਕੁਲ। ਤੇ ਇਹਦੇ ਨਾਲੋਂ ਜ਼ਰੂਰੀ ਨਹੀਂ ਕਿ ਪੈਗਾਸਸ ਦੀ ਗੱਲ ਵੀ ਕੀਤੀ ਜਾਂਦੀ। ਬਿਲਕੁਲ। ਜੇ ਪੰਜਾਬ ਦੇ 2 ਵਕੀਲਾਂ ਦਾ ਨਾਮ ਆਉਂਦਾ ਹੈ ਤੇ ਅਕਾਲੀ ਦਲ ਵਿਰੋਧੀ ਧਿਰ ਹੈ, ਤੇ ਅਕਾਲੀ ਦਲ ਦਾ ਫਰਕ ਤਾਂ ਬਣਦਾ ਸੀ। ਬਿਲਕੁਲ। ਇੱਕ ਹੋਰ ਤੀਜਾ ਪੱਖ ਵੀ ਨਿਕਲਦਾ ਹੈ ਕਿ ਪੈਗਾਸਸ ਦਾ ਮਾਮਲਾ ਅੱਜ ਦਾ ਤਾਂ ਨਹੀਂ ਹੈ, ਤੇ ਪਹਿਲਾਂ ਦਾ, ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਸੀ ਜੀ, ਤੇ ਕੀ ਕਿਤੇ ਅਕਾਲੀ ਦਲ ਨੂੰ ਪਤਾ ਨਹੀਂ ਵੀ ਕਿਤੇ ਉਹ ਵੀ ਇਸ ਵਿੱਚ ਸ਼ਾਮਲ ਹੋਣ। ਬਿਲਕੁਲ। ਠੀਕ ਹੈ ਨਾ ਜੀ, ਤਾਂ ਚੁੱਪ ਵੱਟੀ ਬੈਠੇ ਨੇ, ਤਾਂ ਚੁੱਪ ਬੈਠੇ ਨੇ। ਇਹ ਹੁਣ ਸਾਡੇ ਦਰਸ਼ਕਾਂ ਨੇ ਫੈਸਲਾ ਕਰਨਾ ਹੈ ਕਿ 2-3 ਇਹੋ ਕਾਰਨ ਨੇ, ਪਰ ਪੈਗਾਸਸ ਮਾਮਲੇ ਤੇ ਅਕਾਲੀ ਦਲ ਦੀ ਚੁੱਪ ਜਿਹੜੀ ਹੈ ਬਹੁਤੀ ਚੰਗੀ ਗੱਲ ਹੈ। ਜੀ ਬਿਲਕੁਲ। ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੰਦਿਆਂ ਨੂੰ ਸ਼ਾਮਿਲ ਕਰ ਰਹੇ ਨੇ, ਤੇ ਜਗਬੀਰ ਬਰਾੜ ਕੱਲ ਸ਼ਾਮਿਲ ਹੋ ਗਏ ਨੇ ਅਕਾਲੀ ਦਲ ਦੇ ਵਿੱਚ, ਤੇ ਉਹਨਾਂ ਨੂੰ ਕੈਂਟ ਤੋਂ ਅਕਾਲੀ ਦਲ ਵੱਲੋਂ ਟਿਕਟ ਵੀ ਦੇ ਦਿੱਤੀ ਗਈ ਹੈ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਹੜੀ ਤਰਥੱਲੀ ਮਚਣ ਵਾਲੀ ਹੈ ਤੇ ਕੌਣ ਨਾਰਾਜ਼ ਹੋਣ ਵਾਲਾ ਹੈ? ਕਹਿੰਦੇ ਮੱਕੜ ਸਾਹਿਬ ਨਾਰਾਜ਼ ਹੋ ਸਕਦੇ ਨੇ। ਮੱਕੜ ਸਾਹਿਬ ਨਾਰਾਜ਼ ਨੇ। ਮੱਕੜ ਸਾਹਿਬ ਨੇ ਇਕੱਠ ਵੀ ਕੀਤਾ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ। ਉਹਨਾਂ ਨੇ ਇਕੱਠ ਕਰਕੇ ਸੰਗਤ ਦੇ ਸਾਹਮਣੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਨੇ, ਤਾਂ ਉਹਨਾਂ ਦੇ ਹਮਾਇਤੀ ਉੱਥੇ ਵੱਡੀ ਗਿਣਤੀ 'ਚ ਪਹੁੰਚੇ ਨੇ। ਜੀ। ਜਦੋਂ ਜਗਬੀਰ ਬਰਾੜ ਨੂੰ ਸ਼ਾਮਲ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਉੱਥੇ ਮੌਜੂਦ ਹੁੰਦੇ ਨੇ। ਬਿਲਕੁਲ। ਸਾਰੇ ਐਮਐਲਏ ਪਵਨ ਕੁਮਾਰ ਟੀਨੂ ਵੀ ਉੱਥੇ ਨੇ, ਗੁਰਪ੍ਰਤਾਪ ਸਿੰਘ ਵਡਾਲਾ ਜੀ ਵੀ ਉੱਥੇ ਨੇ, ਤੇ ਸਰਬਜੀਤ ਸਿੰਘ ਮੱਕੜ ਨਹੀਂ ਨੇ, ਸਾਬਕਾ ਐਮਐਲਏ ਨੇ ਭਾਵੇਂ, ਹਾਂਜੀ ਮੌਜੂਦਾ ਨਹੀਂ, ਭਾਵੇਂ ਗੈਰ ਮੌਜੂਦਗੀ ਦੱਸਦੀ ਉਹਨਾਂ ਨੇ ਦੱਸਦੀ ਹੈ। ਉਸ ਤੋਂ 2 ਦਿਨ ਪਹਿਲਾਂ ਉਹਨਾਂ ਦੀ ਐਕਟੀਵਿਟੀ ਦੇਖੀ ਜਾਵੇ ਸਰਬਜੀਤ ਸਿੰਘ ਮੱਕੜ ਦੀ, ਜਿਵੇਂ ਉਹਨਾਂ ਨੂੰ ਪਹਿਲਾਂ ਇਲਹਾਮ ਹੋ ਚੁੱਕਾ ਸੀ ਕਿ ਭਾਣਾ ਵਰਤਣ ਵਾਲਾ ਹੈ, ਕਿਤੇ ਜਲੰਧਰ ਕੈਂਟ ਤੋਂ ਜਗਬੀਰ ਬਰਾੜ ਨੂੰ ਸ਼ਾਮਲ ਕਰਕੇ ਤੇ ਟਿਕਟ ਦਾ ਐਲਾਨ ਹੋ ਸਕਦਾ ਹੈ। ਉੱਥੋਂ ਉਹਨਾਂ ਨੇ ਮੀਟਿੰਗਾਂ ਜਿਹੜੀਆਂ ਸੀ, ਨੁੱਕੜ ਮੀਟਿੰਗਾਂ ਜਿਹੜੀਆਂ ਸੀ, ਆਪਣੇ ਪੱਧਰ ਤੇ ਜਾ ਕੇ ਆਪਣੀ ਇਸ ਜਲੰਧਰ ਛਾਉਣੀ ਹਲਕੇ ਦੇ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਉਹਨਾਂ ਨੇ ਉਸ ਐਕਟੀਵਿਟੀ ਨੂੰ ਜਿਹੜਾ ਸੀ ਮੀਡੀਆ ਤੱਕ ਪਹੁੰਚਾਉਣ ਦਾ ਯਤਨ ਕੀਤਾ ਕਿ ਦੇਖੋ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਲੋਕਾਂ ਕੋਲ ਗਿਆ, ਇੱਥੇ ਇਹਨਾਂ ਦੀ ਤਰੱਕੀ ਲਈ ਕੰਮ ਕਰਾਂਗੇ ਹਾਈ ਕਮਾਂਡ ਦੇ ਥੱਲੇ ਰਹਿ ਕੇ। ਪਰ ਇਸ ਸਾਰੇ ਰੌਲੇ ਰੱਪੇ ਤੋਂ ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਤਿਲ ਮਿਲਾ ਉੱਠੇ ਨੇ ਉਹ। ਸਰਬਜੀਤ ਸਿੰਘ ਮੱਕੜ ਪੁਰਾਣੇ ਅਕਾਲੀ ਨੇ, ਪੁਰਾਣੇ ਜੁੜੇ ਹੋਏ ਨੇ ਅਕਾਲੀ ਦਲ ਨਾਲ। ਹਾਲਾਂਕਿ ਇਲਜ਼ਾਮ ਲੱਗਦੇ ਰਹੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ, ਜਿਸ ਵਿੱਚ ਜੋ ਜਿਹੜਾ ਗੁਰਕੀਰਤ ਸੇਖੋਂ ਕਤਲकांड ਦੇ ਵਿੱਚ ਇਹਨਾਂ ਦੇ ਭਤੀਜੇ ਦਾ ਨਾਮ ਜਦੋਂ ਆਇਆ ਸੀ, ਤੇ ਬਹੁਤ ਲੋਕ ਇਹ ਉਮੀਦ ਕਰ ਰਹੇ ਸਨ ਕਿ ਸ਼ਾਇਦ ਅਕਾਲੀ ਦਲ ਇਹਨਾਂ ਤੋਂ ਹੁਣ ਪਾਸਾ ਵੱਟ ਲਵੇ ਤੇ ਅਕਾਲੀ ਦਲ ਵਿੱਚ ਸਰਬਜੀਤ ਸਿੰਘ ਮੱਕੜ ਦਾ ਉਹ ਸਥਾਨ ਪਹਿਲਾਂ ਵਾਲਾ ਨਾ ਰਵੇ। ਪਰ ਸਰਬਜੀਤ ਸਿੰਘ ਮੱਕੜ ਕਿਉਂਕਿ ਸੀਨੀਅਰ ਆਗੂ ਨੇ, ਉਹਨਾਂ ਦਾ ਸਥਾਨ ਉਹ ਬਣਿਆ ਰਿਹਾ, ਔਰ ਉਹਨਾਂ ਨੇ ਉਹ ਕਿੱਥੋਂ ਇਲੈਕਸ਼ਨ ਲੜਦੇ ਰਹੇ ਨੇ, ਚਾਹੇ ਕਿਤੇ ਵੀ ਹੋਵੇ। ਉਹਨਾਂ ਦੀ ਵਾਰੀ ਜਿਹੜੀ ਹੈ ਇਲੈਕਸ਼ਨ ਸੂਚੀ ਦੇ ਵਿੱਚ ਪੱਕੇ ਤੌਰ ਤੇ ਆਉਂਦੀ ਰਹੀ ਆ। ਹੁਣ ਜਗਬੀਰ ਬਰਾੜ ਮਾਮਲੇ ਤੇ ਸਰਬਜੀਤ ਸਿੰਘ ਮੱਕੜ ਕਿੰਨਾ ਕੁ ਨਾਰਾਜ਼ ਹੁੰਦੇ ਨੇ, ਕਿ ਇਸ ਹੱਦ ਤੱਕ ਨਾਰਾਜ਼ ਹੁੰਦੇ ਨੇ ਕਿ ਉਹ ਪਾਸਾ ਪਲਟ ਸਕਦੇ ਨੇ, ਇਸ ਗੱਲ ਦਾ ਪਤਾ ਨਹੀਂ। ਪਰ ਲੱਗਦਾ ਨਹੀਂ, ਜਿੰਨੇ ਪੁਰਾਣੇ ਜੁੜੇ ਹੋਏ ਨੇ ਤੇ ਜਿੰਨੇ ਸੰਬੰਧ ਉਹਨਾਂ ਦੇ ਗੂੜੇ ਅਕਾਲੀ ਦਲ ਨਾਲ ਹਨ। ਅਕਾਲੀ ਦਲ ਨੇ ਹਾਲ ਦੀ ਘੜੀ ਇਹ ਕਹਿ ਦਿੱਤਾ ਜਦੋਂ ਉਹਨਾਂ ਤੱਕ ਗੱਲ ਪਹੁੰਚੀ ਕਿ ਉਹ ਨਾਰਾਜ਼ ਨੇ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਨਾਰਾਜ਼ ਚਲੋ ਹੈਗੇ ਆ, ਮਨਾ ਲਾਂਗੇ ਕੋਈ ਗੱਲ ਨਹੀਂ, ਉਹਨਾਂ ਲਈ ਕੋਈ ਹੋਰ ਰੋਲ ਜਿਹੜਾ ਹੈ ਉਹ ਦੇਖ ਲਵਾਂਗੇ। ਪਰ ਜਗਬੀਰ ਸਿੰਘ ਬਰਾੜ ਨੂੰ ਇੰਨੀ ਛੇਤੀ ਉਮੀਦਵਾਰ ਐਲਾਨ ਦੇਣਾ ਇਹ ਸਰਬਜੀਤ ਸਿੰਘ ਮੱਕੜ ਲਈ ਝਟਕੇ ਤੋਂ ਘੱਟ ਨਹੀਂ। ਬਿਲਕੁਲ। ਤੇ ਇਹ 2022 ਦੀਆਂ ਚੋਣਾਂ ਸਿਰ ਤੇ ਨੇ, ਡੱਡੂ ਛੜੱਪੇ ਤਾਂ ਇਹ ਵੇਲੇ ਹੁਣ ਚੱਲਦੇ ਹੀ ਰਹਿਣੇ, ਇੱਕ ਪਾਰਟੀ ਚੋਂ ਦੂਜੀ ਪਾਰਟੀ ਦੇ ਵਿੱਚ ਉਹਨਾਂ ਦਾ ਆਣਾ। ਹੁਣ ਇੱਕ ਹੋਰ ਆਗੂ ਦੇ ਚਰਚੇ ਚੱਲ ਰਹੇ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੇ, ਤੁਹਾਨੂੰ ਕੀ ਲੱਗਦਾ ਉਹ ਕੌਣ ਹੋ ਸਕਦੇ ਨੇ? ਭਾਜਪਾ ਦੇ ਉਹ ਆਗੂ ਨੇ ਜੀ, ਤੇ ਭਾਜਪਾ ਦੇ ਵੱਲੋਂ ਤੇ ਅਕਾਲੀ ਭਾਜਪਾ ਸਹਿਯੋਗ ਨਾਲ ਉਹਨਾਂ ਨੇ ਖੂਬ ਜਿਹੜਾ ਸੱਤਾ ਸੁੱਖ ਜਿਹੜਾ ਮਾਣਿਆ ਕਿਸੇ ਸਮੇਂ ਤੇ। ਅਨਿਲ ਜੋਸ਼ੀ ਦੀ ਮੈਂ ਗੱਲ ਕਰ ਰਿਹਾ ਜੀ। ਅਨਿਲ ਜੋਸ਼ੀ ਫਿਰ ਜਦੋਂ ਭਾਜਪਾ ਦੇ ਵਿੱਚ ਸਨ, ਪੂਰੇ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਨੂੰ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ ਸੀ। ਬਿਲਕੁਲ। ਤੇ ਹਰਜੀਤ ਸਿੰਘ ਗਰੇਵਾਲ ਤੇ ਹੋਰ ਕਈ ਆਗੂ, ਸੁਰਜੀਤ ਕੁਮਾਰ ਜਿਆਣੀ ਵੀ, ਉਹ ਡਟ ਕੇ ਜਿਹੜਾ ਸੀ ਉਹ ਕਿਸਾਨ ਅੰਦੋਲਨ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹੋਏ ਦੇਖੇ ਗਏ। ਹੁਣ ਜਿਹੜੇ ਆਗੂ ਕਿਸਾਨਾਂ ਦੇ ਹੱਕ ਵਿੱਚ ਥੋੜ੍ਹਾ ਬਹੁਤਾ ਬੋਲੇ ਨੇ ਭਾਜਪਾ ਦੇ, ਉਹਨਾਂ ਵਿੱਚੋਂ ਅਨਿਲ ਜੋਸ਼ੀ ਦਾ ਨਾਮ ਪ੍ਰਮੁੱਖ ਤੌਰ ਤੇ ਸਾਹਮਣੇ ਆਇਆ ਜੀ। ਅਨਿਲ ਜੋਸ਼ੀ ਪਿਛਲੇ, ਜੇ ਉਹਨਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ, ਅੰਮ੍ਰਿਤਸਰ ਨਾਲ ਸੰਬੰਧਿਤ ਨੇ, ਤੇ ਇਸ ਵਾਰੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਉੱਤਰੀ ਅੰਮ੍ਰਿਤਸਰ ਤੋਂ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਉਜਾਗਰ ਹੋ ਗਈਆਂ ਨੇ। ਅਨਿਲ ਜੋਸ਼ੀ ਪਿਛਲੇ ਸਮੇਂ ਦੇ ਵਿੱਚ ਉੱਥੋਂ ਉਹ ਇਲੈਕਸ਼ਨ ਉਹਨਾਂ ਨੇ ਫਾਈਟ ਕੀਤੀ ਹੈ, ਲੜਦੇ ਰਹੇ ਨੇ, ਪਰ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਉਹਨਾਂ ਦਾ ਥੋੜ੍ਹਾ ਜਿਹਾ ਅੰਕੜਾ ਜਿਹੜਾ ਉਹ ਖਰਾਬ ਰਿਹਾ, ਤੇ ਕੁਝ ਕੇਸਾਂ ਦੀ ਜਾਂਚ ਕਰਕੇ ਇਹਨਾਂ ਨੇ ਸਰਕਾਰ ਤੋਂ ਮੰਗ ਕਰਦੇ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇੱਥੋਂ ਹਟਾਇਆ ਜਾਵੇ, ਤੇ ਮੇਰੇ ਖਿਲਾਫ ਜਿਹੜੇ ਨੇ ਇੱਕ ਪਾਸੜ ਹੋ ਕੇ ਜਾਂਚ ਕਰ ਰਹੇ ਨੇ। ਸੋ ਅਨਿਲ ਜੋਸ਼ੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਤੇ ਉਹਨਾਂ ਨੂੰ ਹੁਣ ਸਰੋਪਾ ਉਹਨਾਂ ਦੇ ਗਲ 'ਚ ਜਿਹੜਾ ਪੈ ਜਾਣਾ, ਤੇ ਅਕਾਲੀ ਦਲ ਵਾਲਾ ਜਿਹੜਾ ਚੋਣ ਨਿਸ਼ਾਨ ਤੱਕੜੀ ਉਹ ਤਾਂ ਥਾਂ ਤੇ ਉਸ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਪਰ ਮੈਨੂੰ ਲੱਗਦਾ ਹੈ ਕਿ ਅਜੇ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜੇ ਉਹ ਜ਼ਿਆਦਾ ਅਜੇ ਤੱਕ
ਨਿਊਟਰਲ ਰਹਿੰਦੇ ਤੇ ਉਹਨਾਂ ਦੀ ਜ਼ਿਆਦਾ ਮਾਨਤਾ ਹੋਣੀ ਸੀ, ਕਿਉਂਕਿ ਜਿਸ ਤਰ੍ਹਾਂ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲੇ ਨੇ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਭਾਜਪਾ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਤੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਫਿਰ ਦੁਬਾਰਾ ਉਹਨਾਂ ਨੂੰ ਇੱਕ ਵਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਅੰਮ੍ਰਿਤਸਰ ਤੋਂ ਉਹ ਉਮੀਦਵਾਰ ਬਣਾਏ ਜਾ ਸਕਦੇ ਨੇ, ਇਹ ਗੱਲ ਪੱਕੀ ਹੈ ਜੀ। ਪੰਜਾਬ ਕੈਬਨਿਟ ਨੇ ਪੰਜਾਬ ਦੇ ਲੋਕਾਂ ਵਾਸਤੇ ਹੋਰ ਕੀ ਕੁਝ ਕੀਤਾ ਕੱਲ, ਕੀ ਨਵੇਂ ਵਾਅਦੇ ਕੀਤੇ, ਕੀ ਨੋਟੀਫਿਕੇਸ਼ਨ ਜਾਰੀ ਕੀਤੇ, ਆਪਾਂ ਇਹ ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਹੀਰ ਜੀ, ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਤੇ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਜਿਹੜੇ ਲਾਲ ਲਕੀਰ ਦੇ ਅੰਦਰ ਆਉਂਦੇ ਲੋਕਾਂ ਲਈ ਉਹਨਾਂ ਦੀ ਜਾਇਦਾਦ ਉਹਨਾਂ ਨੂੰ ਦਿੱਤੀ ਜਾਊਗੀ, ਜਿਹੜੀ ਕਹਿੰਦੇ ਸੀ ਕਿ ਉਹਨਾਂ ਦੀ ਹੈ ਹੀ ਨਹੀਂ। ਤੇ ਹੁਣ ਤੁਸੀਂ ਦੱਸੋ ਕਿ ਪੰਜਾਬ ਦੀਆਂ ਫਿਰਨੀਆਂ ਦੇ ਅੰਦਰ ਜਿਹੜੀ ਜਾਇਦਾਦ ਹੈ ਉਹਨਾਂ ਬਾਰੇ ਆਖਿਰਕਾਰ ਸਰਕਾਰ ਨੇ ਫੈਸਲਾ ਕੀਤਾ ਕੀ ਹੈ? ਅਸਲ 'ਚ ਇਹ ਗੱਲ ਹੈ ਜੀ, ਇਹਨੂੰ ਤਕਨੀਕੀ ਤੌਰ ਤੇ ਥੋੜਾ ਸਮਝਣਾ ਪਏਗਾ। ਬਹੁਤੇ ਲੋਕ ਤੇ ਜਾਣਦੇ ਨੇ ਜਿਹੜੇ ਪਿੰਡਾਂ ਵਿੱਚ ਵਸਦੇ ਨੇ ਜੀ। ਜਿਹੜੀ ਜ਼ਮੀਨ ਦੀ ਮਿਣਤੀ ਗਿਣਤੀ ਹੈ, ਕਿਉਂਕਿ ਅੰਗਰੇਜ਼ ਸਰਕਾਰ ਨੇ ਸਿਸਟਮ ਬਣਾ ਦਿੱਤਾ ਸੀ ਕਿ ਹਰ ਜ਼ਮੀਨ ਦੇ ਟੋਟੇ ਨੂੰ, ਚਾਹੇ ਉਹ ਮਰਲੇ ਦਾ ਹੋਵੇ ਤੇ ਚਾਹੇ ਉਹ ਮੁਰੱਬੇ ਦਾ ਹੋਵੇ ਜੀ, ਉਸ ਨੂੰ ਨੰਬਰ ਦੇ ਦਿੱਤੇ ਗਏ। ਉਹ ਨੰਬਰਾਂ ਦੇ ਵਿੱਚ ਜਾਇਦਾਦ ਜਦੋਂ ਉਸ ਦੀ ਮਲਕੀਅਤ ਚੇਂਜ ਹੋਣੀ ਹੁੰਦੀ ਹੈ, ਮਾਲਕੀ ਬਦਲਣੀ ਹੈ, ਕਿਸੇ ਨੂੰ ਵੇਚੀ ਜਾਂਦੀ ਹੈ ਜਾਂ ਤਬਦੀਲ ਕੀਤੀ ਜਾਂਦੀ ਹੈ, ਤਾਂ ਉਹ ਨੰਬਰ ਸਾਰੇ ਮੈਂਸ਼ਨ ਕੀਤੇ ਜਾਂਦੇ ਨੇ, ਜਿਸ ਨਾਲ ਸਾਬਤ ਹੋ ਜਾਂਦਾ ਹੈ ਕਿ ਇਸ ਨੰਬਰ ਦੇ ਵਿੱਚ ਇੰਨਾ ਰਕਬਾ, ਇੰਨਾ ਰਕਬਾ, ਇੰਨਾ ਰਕਬਾ, ਤੇ ਸਾਰਾ ਜਿਹੜਾ ਰਕਬਾ ਹੈ ਉਹ ਇਕੱਠਾ ਕਰਕੇ ਇਸ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਹੈ। ਤੇ ਉਹ ਨੰਬਰਾਂ ਦੀ ਮਾਲਕੀ ਹੁੰਦੀ ਹੈ ਬੇਸਿਕਲੀ ਜ਼ਮੀਨ। ਜ਼ਮੀਨ ਦਾ ਨਾਮ ਵੀ ਹੁੰਦਾ, ਪਿੰਡ ਦਾ ਹੱਦਬਸਤ ਨੰਬਰ ਵਗੈਰਾ ਹੋਰ ਸਾਰੀ ਚੀਜ਼ਾਂ ਹੁੰਦੀਆਂ ਨੇ ਤੇ ਨਾਲ ਨੰਬਰ ਜੀ। ਹੁਣ ਪਿੰਡਾਂ ਦੀ ਜਿਹੜੀ ਜਾਇਦਾਦ ਸੀ, ਜਦੋਂ ਇਹ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਲੋਕ ਇੱਥੇ ਆਏ ਤੇ ਫਿਰ ਕੰਸੋਲੀਡੇਸ਼ਨ ਹੋਈ, ਜਮ੍ਹਾਂਬੰਦੀਆਂ ਤੇ ਹੋਰ ਮੁਰੱਬੇਬੰਦੀਆਂ ਪਿੰਡਾਂ ਦੀਆਂ ਹੋਈਆਂ। ਫਿਰ ਪਿੰਡਾਂ ਦੀ ਇੱਕ ਬਾਹਰਲੀ ਸੜਕ ਜਿਹੜੀ ਚੁਫੇਰੇ ਪਿੰਡਾਂ ਦੇ ਰਸਤੇ ਦਿੱਤੇ ਗਏ ਬਹੁਤੇ ਪਿੰਡਾਂ ਨੂੰ। ਫਿਰ ਇੱਕ ਅੰਦਰ ਇੱਕ ਫਿਰਨੀ ਹੁੰਦੀ ਆ, ਉਹ ਫਿਰਨੀ ਦੇ ਬਾਹਰ ਇੱਕ ਰਫ ਲੀਕ ਹੁੰਦੀ ਆ, ਉਹਦੇ ਬਾਰ-ਬਾਰ ਤੇ ਨੰਬਰ ਹੁੰਦੇ ਨੇ ਸਾਰੀ ਜਾਇਦਾਦ ਦੇ, ਪਰ ਅੰਦਰ ਇੱਕ ਖਾਸ ਜਿਹੜਾ ਏਰੀਆ ਹੈ ਉਹ ਸਿਰਫ ਕਬਜ਼ੇ ਤੇ ਆਧਾਰਿਤ ਹੁੰਦਾ, ਉਸ ਦਾ ਕੋਈ ਨੰਬਰ ਨਹੀਂ ਹੁੰਦਾ ਜੀ। ਉਸ ਦੇ ਵਿੱਚ ਕੀ ਹੁੰਦਾ ਕਿ ਕਹਿੰਦੇ ਜੀ ਚੁੱਲ੍ਹਾ ਟੈਕਸ ਦਿੱਤਾ, ਉਹ ਚੁੱਲ੍ਹੇ ਟੈਕਸ ਦੀ ਰਸੀਦ ਦਿਖਾ ਦਿਓ, ਦੇਖੋ ਜੀ ਆਹ ਜਗ੍ਹਾ ਮੇਰੀ ਹੈ, ਮੈਂ ਇਹਦਾ ਚੁੱਲ੍ਹਾ ਟੈਕਸ ਫਲਾਣੇ ਸੰਨ ਦੇ ਵਿੱਚ ਚੌਕੀਦਾਰ ਨੂੰ ਜਾਂ ਸਰਕਾਰ ਨੂੰ ਇੰਨਾ ਜਮ੍ਹਾਂ ਕਰਾਤਾ, ਇਹਦਾ ਮਾਲਕ ਮੈਂ ਇੰਨੇ ਸਾਲਾਂ ਤੋਂ ਰਹਿ ਰਿਹਾ, ਆਹ ਮੇਰਾ ਗਵਾਹ ਆ, ਆਹ ਮੇਰਾ ਗਵਾਹ ਆ, ਆਹ ਮੇਰਾ ਗਵਾਹ ਆ, ਆਹ ਲੰਬੜਦਾਰ ਨੇ ਇਹ ਤਸਦੀਕ ਕੀਤਾ, ਸਰਪੰਚ ਨੇ ਕਹਿ ਦਿੱਤਾ ਜੀ। ਇੱਦਾਂ ਮਾਲਕੀ ਬਣਦੀ ਆ। ਜਦੋਂ ਇੱਕ ਦੂਸਰੇ ਨੂੰ ਵੇਚਦੇ ਨੇ, ਉਹ ਵੀ ਇੱਕ ਕੱਚੇ ਕਾਗਜ਼ ਤੇ ਜਾਂ ਮਾੜੇ ਮੋਟੇ ਕਾਗਜ਼ ਤੇ ਲਿਖ ਲੈਂਦੇ ਨੇ। ਸਰਕਾਰ ਦਾ ਉਸ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੁੰਦੀ, ਉਹ ਸਿਰਫ ਆਪਸੀ ਸਹਿਮਤੀ ਦੇ ਅੰਡਰ ਹੀ ਸਾਡਾ ਲਾਲ ਲਕੀਰ ਜਿਹੜੀ ਕਹਿੰਦੇ ਨਾ ਉਹਨੂੰ ਫਿਰਨੀ ਦੇ ਅੰਦਰ, ਉਹ ਲਾਲ ਲਕੀਰ ਦੇ ਅੰਦਰ ਜਿਹੜੀ ਹੈ ਉਹ ਕਿਆ ਆਖਿਆ ਜਾਂਦਾ ਹੈ। ਨਕਸ਼ੇ ਵਿੱਚ ਵੀ ਇਸ ਤਰ੍ਹਾਂ ਹੁੰਦਾ, ਉਸ ਦਾ ਕੋਈ ਨੰਬਰ ਨਹੀਂ ਹੁੰਦਾ, ਉਸਨੂੰ ਦੇ ਆਬਾਦੀ ਜਾਂ ਆਬਾਦੀ ਦੇ ਇਹ ਲਿਖਿਆ ਜਾਂਦਾ ਫਰਦ ਦੇ ਵਿੱਚ ਜੀ। ਬਿਲਕੁਲ। ਹੁਣ ਉਹ ਫਰਦ ਦੇ ਵਿੱਚ ਜਿਹੜਾ ਲਿਖਿਆ ਜਾਂਦਾ ਉਸ ਵਿੱਚ ਮੈਂਸ਼ਨ ਤੇ ਹੋ ਜਾਂਦਾ। ਫਰਜ਼ ਕਰੋ ਕਿਸੇ ਕੋਲ 10 ਮਰਲੇ ਦੀ ਜਗ੍ਹਾ ਹੋਈ ਪਿੰਡ ਦੇ ਵਿੱਚ ਜੀ, ਉਸ ਦਾ ਕਬਜ਼ਾ ਹੈ, ਉਸ ਦਾ ਮਕਾਨ ਵੀ ਬਣਿਆ ਹੋਇਆ, ਉਸ ਨੂੰ ਕੋਈ ਚੈਲੰਜ ਨਹੀਂ ਹੈ, ਕੋਈ ਕੇਸ ਨਹੀਂ ਹੈ, ਸਭ ਠੀਕ ਹੈ ਜੀ, ਪਰ ਉਸ ਕੋਲ ਉਸ ਦੇ ਮਾਲਕਾਨਾ ਅਸਲ ਵਿੱਚ ਹੱਕ ਨਹੀਂ। ਜੇ ਉਹ ਕੱਲ੍ਹ ਨੂੰ ਕਿਤੇ ਜਾਵੇ ਕਿ ਦੇਖੋ ਜੀ ਮੈਂ ਦੁਕਾਨ ਖੋਲ੍ਹਣੀ ਹੈ ਤੇ ਮੈਨੂੰ ਇਸ ਤੇ 2 ਲੱਖ ਰੁਪਈਆ ਲੋਨ ਦਿੱਤਾ ਜਾਵੇ, ਮੇਰਾ ਮਕਾਨ ਬਣਿਆ ਹੋਇਆ, ਉਹ ਕਹਿੰਦੇ ਓਕੇ ਆਪਣੇ ਮਕਾਨ ਦੇ ਕਾਗਜ਼ ਲੈ ਕੇ ਆਓ। ਬਿਲਕੁਲ। ਕਾਗਜ਼ ਕਿਹੜਾ ਹੋਵੇਗਾ? ਮੀਟਰ ਵੀ ਲੱਗਾ ਹੋਇਆ, ਸਭ ਕੁਝ ਠੀਕ ਆ, ਪਰ ਕਾਗਜ਼ ਨਹੀਂ ਹੁੰਦਾ ਜੀ। ਕਾਗਜ਼ ਤੇ ਨੰਬਰਾਂ ਦਾ ਹੋਣਾ। ਤੇ ਉਹ ਬੈਂਕ ਵਾਲੇ ਜਾਂ ਜਿਹੜਾ ਵੀ ਕੋਈ ਕਹਿੰਦਾ, ਸੁਸਾਇਟੀ ਵਾਲੇ, ਉਹ ਕਹਿੰਦੇ ਨੇ ਕਿ ਨੰਬਰ ਤਾਂ ਇਹਦਾ ਹੈ ਕੋਈ ਨਹੀਂ, ਤੇ ਇਹ ਤੇ ਅਸੀਂ ਲੋਨ ਕਾਹਦਾ ਦਈਏ। ਹੁਣ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਇਹ ਗੱਲ ਪਹਿਲਾਂ ਚਲਾਈ ਸੀ ਤੇ ਹੁਣ ਜਾਰੀ ਕਰ ਦਿੱਤਾ ਹੈ, ਚੋਣਾਂ ਤੋਂ ਪਹਿਲਾਂ ਇਹ ਚਲਾ ਦਿੱਤਾ ਹੈ ਕੰਮ, ਕਿ ਜਿਹਦੇ ਕੋਲ ਵੀ ਕਬਜ਼ਾ ਹੈ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਦੇ ਪੱਕੇ ਮਾਲਕਾਨਾ ਹੱਕ ਨੰਬਰ ਪਾ ਕੇ ਦਿੱਤੇ ਜਾਣਗੇ, ਤਾਂ ਕਿ ਜਿਸ ਵਿਅਕਤੀ ਦੀ ਉਹ ਜਾਇਦਾਦ ਹੈ, ਇੱਕ ਤਾਂ ਉਸ ਦੇ ਕੋਲ ਪੱਕੀ ਉਸ ਦੀ ਮਾਲਕੀ ਹੋਏਗੀ, ਉਸ ਨੂੰ ਕੋਈ ਉਠਾ ਨਹੀਂ ਸਕੇਗਾ, ਕੋਈ ਧੱਕਾ ਨਹੀਂ ਕਰ ਸਕੇਗਾ। ਤੇ ਇਸ ਦੇ ਵਿੱਚ ਹੁਣ ਕਿਵੇਂ ਉਹ ਦੇਣਗੇ, ਕੌਣ ਕਿਹਨੂੰ ਰਾਜ਼ੀ ਕਰੇਗਾ ਤੇ ਕੀ ਝਗੜੇ ਵਧਣਗੇ, ਇਸ ਗੱਲ ਬਾਰੇ ਪਤਾ ਨਹੀਂ। ਪਰ ਸਰਕਾਰ ਦਾ ਇਹ ਮੰਨਣਾ ਹੈ ਕਿ ਜਦੋਂ ਉਹਨਾਂ ਦੀ ਜ਼ਮੀਨ ਦੇ ਇੱਕ ਤਾਂ ਉਹਨਾਂ ਦੀ ਥਾਂ ਦੇ ਮਾਲਕਾਨਾ ਹੱਕ ਹੋਣਗੇ, ਉਹਨਾਂ ਨੂੰ ਪਤਾ ਹੋਏਗਾ ਕਿ ਇੰਨੇ ਨੰਬਰ ਵਾਲਾ ਥਾਂ ਸਾਡੇ ਕੋਲ ਹੈ, ਕੱਲ੍ਹ ਨੂੰ ਕੁਝ ਹੋਰ ਵੀ ਸਥਿਤੀ ਬਦਲਦੀ ਵੀ ਹੈ ਤੇ ਉਹਨਾਂ ਕੋਲ ਕੋਈ ਸਬੂਤ ਹੋਣਗੇ। ਬਿਲਕੁਲ। ਦੂਸਰਾ ਇਹ ਕਿ ਕੱਲ੍ਹ ਨੂੰ ਜੇ ਕੋਈ ਲੋਨ ਵਗੈਰਾ ਜਾਂ ਕੁਝ ਲੈਣਾ ਚਾਹੁੰਦਾ ਜਾਂ ਸਰਕਾਰੀ ਦਰਬਾਰੇ ਉਸ ਨੂੰ ਦਾਖਲ ਕਰਵਾ ਕੇ ਜਾਂ ਸਿਕਿਉਰਿਟੀ ਵਜੋਂ ਰੱਖ ਕੇ ਕੋਈ ਹੋਰ ਫੈਸਿਲਿਟੀ ਲੈਣਾ ਚਾਹੁੰਦਾ, ਭਾਵੇਂ ਕਿਸੇ ਦਾ ਮਕਾਨ ਡਿੱਗਿਆ ਹੋਵੇ, ਛੱਤ ਬਦਲਣੀ ਹੋਵੇ, ਤੇ ਫਿਰ ਸਬੂਤ ਤਾਂ ਹੋਵੇਗਾ ਨਾ ਉਸ ਥਾਂ ਦਾ, ਫਿਰ ਹੀ ਹੋਵੇਗਾ ਨਾ ਕਿ ਮੇਰਾ ਫਲਾਨੀ ਜਗ੍ਹਾ ਤੇ ਮੌਜੂਦ ਹੈ। ਸੋ ਇਹ ਸਾਰੀਆਂ ਗੱਲਾਂ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਜੇ ਇਸ ਦੀ ਰੂਪਰੇਖਾ ਕਿੰਨੀ ਕੁ ਤਿਆਰ ਹੋਈ ਹੈ ਸਰਕਾਰ ਨੂੰ ਪਤਾ ਹੋਵੇਗਾ, ਪਰ ਮੈਨੂੰ ਲੱਗਦਾ ਹੈ ਕਿ ਇਸ ਦੀ ਗੱਲ ਜਿਹੜੀ ਹੈ 6-7 ਮਹੀਨੇ ਪਹਿਲਾਂ ਚੱਲ ਪਈ ਸੀ ਤੇ ਇਹਨਾਂ 6-7 ਮਹੀਨਿਆਂ ਦੇ ਵਿੱਚ ਜੇ ਸਰਕਾਰ ਨੇ ਸਿਆਣਪ
ਦਿਖਾਈ ਹੋਵੇਗੀ ਤੇ ਫਿਰ ਇਹ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਸਾਰੀ ਤਿਆਰੀ ਹੋਈ ਹੋਵੇਗੀ, ਨਹੀਂ ਤੇ ਅਜੇ ਤੱਕ ਰੌਲਾ ਗੋਲਾ ਰਹੇਗਾ, ਅਜੇ ਸਾਲ 2 ਸਾਲ ਰਿੜਕ ਹੋਣ ਵਾਲੀ ਗੱਲ ਹੋਵੇਗੀ। ਇਹਦੇ ਨਾਲ ਹੋਵੇਗਾ ਇਹ, ਜੇ ਅਸੀਂ ਥੋੜ੍ਹਾ ਜਿਹਾ ਸੰਜਮ ਰੱਖੀਏ ਪਿੰਡਾਂ ਦੇ ਲੋਕ ਜਾਂ ਜਿੱਥੇ ਜਿੱਥੇ ਵੀ ਲਾਲ ਲਕੀਰ ਦਾ ਸਿਸਟਮ ਹੈ, ਤੇ ਫਿਰ ਸਾਨੂੰ ਉਸਦੇ ਮਾਲਕਾਨਾ ਹੱਕ ਤੇ ਮਿਲ ਜਾਣਗੇ ਤੇ ਸਾਨੂੰ ਥੋੜ੍ਹਾ ਬਹੁਤਾ ਊਚ ਨੀਚ ਕਰਕੇ ਲੈ ਦੇ ਕੇ ਕੁਝ ਨਾ ਕੁਝ ਕਰਨਾ ਬਿਹਤਰ ਰਹੇਗਾ, ਨਹੀਂ ਤਾਂ ਲੜਾਈ ਝਗੜੇ ਬਦਲਣਗੇ, ਇਸ ਤੋਂ ਬਚਣਾ ਪਏਗਾ। ਬਿਲਕੁਲ, ਚੋਣਾਂ ਤੋਂ ਪਹਿਲਾਂ ਸਰਕਾਰਾਂ ਵੋਟਾਂ ਦੀ ਰਾਜਨੀਤੀ ਥੋੜੀ ਬਹੁਤਾ ਕਰਦੀਆਂ ਹੀ ਨੇ, ਕੁਝ ਨਾ ਕੁਝ ਤਾਂ ਇਹੋ ਜਿਹਾ ਕਰਦੀਆਂ ਨੇ। ਚਲੋ ਖੈਰ ਜੋ ਵੀ ਹੈ, ਪਰ ਜੇ ਇਦਾਂ ਹੋ ਜਾਂਦਾ ਤਾਂ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ। ਪਰ 1984 ਦਾ ਜਿਹੜਾ ਦਰਦ ਹੈ ਉਹ ਅੱਜ ਵੀ ਦਿਲਾਂ ਦੇ ਵਿੱਚ ਉੱਦਾਂ ਦਾ ਉੱਦਾਂ ਹੀ ਬਰਕਰਾਰ ਹੈ ਤੇ ਰੋਜ਼ ਕੁਝ ਨਾ ਕੁਝ ਨਵਾਂ ਵਾਪਰਦਾ, ਕੋਈ ਗੱਲ ਸਾਹਮਣੇ ਆਉਂਦੀ ਹੈ। ਤੇ ਹੁਣ ਯੂਪੀ ਦੇ ਵਿੱਚ 1984 ਕਤਲੇਆਮ ਦੇ ਨਾਲ ਸੰਬੰਧਿਤ ਕੁਝ ਖੁਲਾਸੇ ਹੋਏ ਨੇ, ਕੀ ਕਹਿਣਾ ਚਾਹੋਗੇ? ਦਿੱਲੀ ਦੇ ਕਤਲੇਆਮ ਦੇ ਬਾਰੇ ਤਾਂ ਬਹੁਤਿਆਂ ਨੂੰ ਪਤਾ ਹੈ ਜੀ, ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਹੋਏ ਸੀ ਜੀ, ਜਿਨ੍ਹਾਂ ਵਿੱਚੋਂ ਯੂਪੀ ਦਾ ਕਾਨਪੁਰ ਸ਼ਹਿਰ ਜਿਹੜਾ ਜੀ ਉਹ ਆਉਂਦਾ। ਬਿਲਕੁਲ। ਹੁਣ ਯੂਪੀ ਦੇ ਕਾਨਪੁਰ ਸ਼ਹਿਰ ਦੇ ਵਿੱਚ ਕੀ ਹੋਇਆ, ਸਰਕਾਰੀ ਦਸਤਾਵੇਜ਼ ਤਾਂ ਇਹ ਆਖਦੇ ਨੇ ਜੀ ਕਿ ਤਕਰੀਬਨ 127 ਮੌਤਾਂ ਹੋਈਆਂ ਨੇ। ਜੀ, ਜੇ ਹੁਣ ਹਰਪ੍ਰੀਤ ਜੀ, ਜੇ ਦਿੱਲੀ ਦੇ ਅੰਕੜਿਆਂ ਨਾਲ ਅਸੀਂ ਇਸ ਦਾ ਮੇਲ ਕਰੀਏ, ਜੀ ਸਰਕਾਰ ਜੋ ਦਿੱਲੀ ਵਿੱਚ ਆਖਦੀ ਹੈ ਉਸ ਨਾਲੋਂ ਤਾਂ ਕਈ ਮੌਤਾਂ ਵੱਧ ਹੋਈਆਂ ਨੇ। ਤਾਂ ਕਾਨਪੁਰ ਦੇ ਅੰਕੜੇ ਤੇ ਸਿਰਫ ਅਸੀਂ ਸਰਕਾਰੀ ਤੇ ਯਕੀਨ ਕਰ ਸਕਦੇ ਹਾਂ। ਅਸਲੀਅਤ ਕੀ ਹੈ ਉਹਦੀ ਇੱਕ ਮੈਂ ਤੁਹਾਨੂੰ ਕਹਾਣੀ ਬਿਆਨ ਕਰਦਾ। ਉੱਥੇ ਨਵੰਬਰ 1 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਅਗਲੇ ਦਿਨ ਤੇਜ ਪ੍ਰਤਾਪ ਸਿੰਘ 45 ਸਾਲਾ ਵਿਅਕਤੀ ਆ, ਆਪਣੇ ਘਰ ਦੇ ਵਿੱਚ ਮੌਜੂਦ, ਉਸ ਦਾ ਬੇਟਾ ਹੈ ਸਤਪਾਲ ਸਿੰਘ, ਉਸ ਦਾ ਇੱਕ ਹੋਰ ਬੇਟਾ, ਉਸ ਦੀ ਪਤਨੀ ਹੈ, ਪਰਿਵਾਰ ਹੈ। ਉਸ ਦੇ ਘਰ ਦੇ ਵਿੱਚ ਕੁਝ ਦੰਗਾਕਾਰੀ ਸ਼ਾਮਲ ਹੁੰਦੇ ਨੇ, ਦਾਖਲ ਹੁੰਦੇ ਨੇ, ਉਹਨਾਂ ਤੇ ਹਮਲਾ ਬੋਲ ਦਿੰਦੇ ਨੇ, ਸਾਰਾ ਪਰਿਵਾਰ ਲੁਕ ਜਾਂਦਾ ਹੈ, ਆਪਣੀ ਜਾਨ ਬਚਾਉਂਦਾ ਹੈ। ਸਤਪਾਲ ਸਿੰਘ ਤੇ ਉਸ ਦੇ ਪਿਤਾ ਤੇਜ ਪ੍ਰਤਾਪ ਸਿੰਘ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਹੈ ਤੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਬਾਕੀ ਸਾਰਾ ਪਰਿਵਾਰ ਦੇਖਦਾ ਰਹਿੰਦਾ ਹੈ ਜੀ। ਇਸੇ ਤਰ੍ਹਾਂ ਦੀ ਇੱਕ ਹੋਰ ਇਲਾਕੇ ਦੇ ਵਿੱਚ ਘਟਨਾ ਹੋਈ ਹੈ। ਉੱਥੇ ਸਰਦੂਲ ਸਿੰਘ ਤੇ ਗੁਰਦਿਆਲ ਸਿੰਘ ਨਾਂ ਦੇ 2 ਵਿਅਕਤੀ, ਉੱਥੇ ਉਹਨਾਂ ਨਾਲ ਇਹੋ ਹੀ ਕੁਝ ਵਾਪਰਦਾ। ਉਹਨਾਂ ਦਾ ਪਰਿਵਾਰ ਕਿਤੇ ਭੱਜ ਜਾਂਦਾ ਹੈ, ਕਿਸੇ ਗੁਆਂਢੀ ਦੇ ਘਰ ਸ਼ਰਨ ਲੈਂਦਾ ਹੈ, ਪਰ ਉਹ ਦੋਵੇਂ ਮਾਰੇ ਜਾਂਦੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਨਪੁਰ ਵੱਡਾ ਸ਼ਹਿਰ ਹੈ, ਕਈ ਜਗ੍ਹਾ ਤੇ ਹੁੰਦੀਆਂ ਨੇ, ਜਿਸ ਵਿੱਚੋਂ ਤਕਰੀਬਨ 29 ਰਿਪੋਰਟਾਂ ਜਿਹੜੀਆਂ ਸੀ FIR ਦਰਜ ਹੁੰਦੀਆਂ ਨੇ। 19 ਤੇ ਜਾਂਚ ਜਿਹੜੀ ਹੈ ਇਸ ਵੇਲੇ ਯੋਗੀ ਸਰਕਾਰ ਦੁਆਰਾ ਬਣਾਈ ਹੋਈ ਨਵੀਂ SIT ਜਿਹੜੀ ਹੈ ਉਹ ਕਰ ਰਹੀ ਹੈ। ਬਾਕੀ ਮਾਮਲੇ ਖੁਰਦ-ਬੁਰਦ ਹੋ ਚੁੱਕੇ ਨੇ। ਕਈਆਂ ਤੇ FIR ਤੋਂ ਬਾਅਦ ਜਾਂਚ ਅੱਗੇ ਨਹੀਂ ਵਧੀ, ਕਈ ਅਦਾਲਤਾਂ 'ਚੋਂ ਡਿਸਮਿਸ ਹੋ ਗਏ। ਅਦਾਲਤਾਂ ਦੇ 5 ਫੈਸਲਿਆਂ ਨੂੰ ਦੁਬਾਰਾ ਚੈਲੰਜ ਕਰਨ ਜਾ ਰਹੀ ਹੈ ਯੋਗੀ ਸਰਕਾਰ। ਤੇ ਇਹ 36 ਸਾਲ, ਤਕਰੀਬਨ 37 ਸਾਲ ਦਾ ਸਮਾਂ ਨਵੰਬਰ 1 ਨੂੰ ਹੋ ਜਾਵੇਗਾ ਇਸ ਸਾਲ। ਇਹ 37 ਸਾਲਾਂ ਬਾਅਦ ਇਨਸਾਫ ਦੀ ਉਮੀਦ ਅਸੀਂ ਕਿੱਦਾਂ ਰੱਖ ਸਕਦੇ ਹਾਂ ਜੀ? ਉਸ ਦੀ ਗੱਲ ਇਹ ਹੈ, ਸਬੂਤ ਵੀ ਨਹੀਂ ਰਹੇ। ਸਬੂਤ ਇਸ ਤਰ੍ਹਾਂ ਜੀ, ਜਿਹੜੇ ਮੈਂ ਪਹਿਲਾਂ ਦੱਸੇ ਨੇ ਕਿ ਤੇਜ ਪ੍ਰਤਾਪ ਸਿੰਘ ਤੇ ਸਤਪਾਲ ਸਿੰਘ ਦਾ ਜਿਹੜਾ ਘਰ ਹੈ ਜੀ, ਉਸ ਦਾ ਪਰਿਵਾਰ ਉੱਥੋਂ ਫਿਰ ਨਿਕਲ ਕੇ ਜਾਨ ਬਚਾ ਕੇ ਰਿਫਿਊਜੀ ਕੈਂਪ ਦੇ ਵਿੱਚ ਜਾਂਦਾ ਹੈ ਜੀ। ਉੱਥੋਂ ਦੌੜ ਕੇ ਪੰਜਾਬ ਆਉਂਦੇ ਨੇ, ਫਿਰ ਸਾਰਾ ਘਰ-ਬਾਰ ਆਪਣਾ ਪਿਛਲਾ ਵੇਚ ਦਿੰਦੇ ਨੇ ਤੇ ਦਿੱਲੀ ਜਾ ਕੇ ਸੈਟਲ ਹੋ ਜਾਂਦੇ ਨੇ ਇਸ ਵੇਲੇ। ਜੀ। ਸਤਪਾਲ ਸਿੰਘ ਦਾ ਭਰਾ ਜਿਹੜਾ ਇੱਕ ਜਿਉਂਦਾ ਹੈ, 61 ਸਾਲ ਉਸ ਦੀ ਉਮਰ ਹੈ ਜੀ। ਉਹ ਗਵਾਹੀ ਦਿੰਦਾ ਹੈ ਕਿ ਮੈਂ ਫਲਾਣੇ ਵਿਅਕਤੀ ਨੂੰ ਦੇਖਿਆ ਜੀ। ਉਸ ਦੀ ਨਿਸ਼ਾਨਦੇਹੀ ਤੇ ਇਸ ਇਲਾਕੇ ਸਾਡਾ ਘਰ ਹੁੰਦਾ ਸੀ। SIT ਦੀ ਟੀਮ ਪਹੁੰਚਦੀ ਹੈ ਉਸ ਘਰ ਦੇ ਵਿੱਚ ਹੁਣ ਜੀ, ਇੰਨੇ ਸਾਲਾਂ ਬਾਅਦ, 35-36 ਸਾਲਾਂ ਦੇ ਬਾਅਦ, ਜੀ, ਤੇ ਜਾ ਕੇ ਮਕਾਨ ਮਾਲਕ ਨੂੰ ਕਹਿੰਦੀ ਹੈ ਕਿ ਇੱਥੇ ਅਸੀਂ ਉਹ ਕਮਰੇ ਦੇਖਣੇ ਨੇ, ਉਹ ਨਿਸ਼ਾਨਦੇਹੀ ਹੁੰਦੀ ਹੈ ਕਿਹੜੇ ਕਮਰੇ ਨੇ। ਜੀ। ਉਹ ਕਹਿੰਦੇ ਜੀ ਮਕਾਨ ਤੇ ਅਸੀਂ ਉਹਨਾਂ ਤੋਂ ਖਰੀਦ ਲਿਆ ਸੀ, ਪਰ ਆਹ 2 ਕਮਰੇ ਜਿਹੜੇ ਨੇ ਇਹ ਮੇਨ ਫਲੋਰ ਤੇ ਨੇ, ਅਸੀਂ ਤੇ ਉੱਪਰ ਰਹਿੰਦੇ ਆ, ਗਰਾਊਂਡ ਫਲੋਰ ਤੇ ਨੇ, ਅਸੀਂ ਉੱਪਰ ਰਹਿੰਦੇ ਆ, ਤੇ ਇਹ ਤੇ ਅਸੀਂ ਖੋਲੇ ਕਦੀ ਨਹੀਂ, ਜਿੰਦਾ ਲੱਗਾ, ਸਾਨੂੰ ਪਤਾ ਨਹੀਂ ਕੀ ਗੱਲ ਹੈ, ਸਾਡਾ ਖੋਲ੍ਹਣ ਨੂੰ ਦਿਲ ਨਹੀਂ ਕਰਦਾ। ਉਹ ਜਦੋਂ ਖੋਲ੍ਹਦੇ ਨੇ, ਪੁਲਿਸ ਉੱਥੇ ਜਾਂਚ ਕਰਦੀ ਹੈ, ਫੋਰੈਂਸਿਕ ਐਵੀਡੈਂਸ ਇਕੱਠਾ ਕੀਤਾ ਜਾਂਦਾ ਹੈ ਤੇ ਉੱਥੇ ਹਿਊਮਨ ਰਿਮੇਨਸ ਦੇ ਸਾਈਨ ਮਿਲਦੇ ਨੇ, ਕਿਸੇ ਦਾ ਕਤਲ ਹੋਇਆ, ਸਾਰੀ ਉੱਥੋਂ ਜਾਣਕਾਰੀ ਮਿਲਦੀ ਹੈ। ਨਾਲ ਗਵਾਹਾਂ ਨੂੰ ਲੈ ਕੇ SIT ਪੁਲਿਸ ਜਾਂਦੀ ਹੈ, ਜਾਂਚ ਹੁੰਦੀ ਹੈ, ਦੁਬਾਰਾ 4 ਸ਼ੀਟਾਂ ਹੁਣ ਫਾਈਲ ਹੋਣ ਲੱਗੀਆਂ ਨੇ। ਤਾਂ ਜਿਨ੍ਹਾਂ ਵਿਅਕਤੀਆਂ ਦੀ ਨਿਸ਼ਾਨਦੇਹੀ ਇਸ ਤਰ੍ਹਾਂ ਦੇ, ਇਹ 2 ਐਗਜ਼ਾਮਪਲਾਂ ਜਿਹੜੀਆਂ ਮੈਂ 2 ਪਰਿਵਾਰਾਂ ਦੀਆਂ ਦਿੱਤੀਆਂ ਨੇ, ਇੱਦਾਂ ਦੇ ਘੱਟੋ-ਘੱਟ 18 ਤੋਂ ਵੱਧ ਕੇਸ ਨੇ ਜਿਨ੍ਹਾਂ ਦੀ ਜਾਂਚ ਦੁਬਾਰਾ ਚੱਲ ਪਈ ਹੈ। ਉਹਨਾਂ ਜਾਂਚ ਕੇਸਾਂ ਦੇ ਵਿੱਚ ਸਰਕਾਰ ਦੇ ਹੱਥ ਜਾਂ ਲੋਕਾਂ ਨੂੰ ਕੀ ਇਨਸਾਫ ਮਿਲਦਾ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਿਖੇ ਗਏ ਨੇ ਉਹਨਾਂ ਵਿੱਚੋਂ ਕਈਆਂ ਨੂੰ ਪੁਲਿਸ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੀ ਹੈ ਜੀ। ਉਹਨਾਂ ਨੂੰ ਦੁਬਾਰਾ ਚੋਂ ਕਈ ਅਨਟ੍ਰੇਸੇਬਲ ਨੇ, ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈ। ਬਿਲਕੁਲ। ਕਈ ਕਈ ਮਰ ਖਪ ਗਏ ਨੇ ਤੇ ਕਈਆਂ ਦੀ ਉਮਰ ਹੀ 80 ਸਾਲ ਤੋਂ ਵੱਧ ਹੈ। ਹੁਣ ਇਹ ਛਛੋ-ਪੰਜ ਹੈ। ਇਹ ਸਾਡੇ ਦੇਸ਼ ਦੀ, ਜਿਵੇਂ ਸੁਰਜੀਤ ਪਾਤਰ ਦੀਆਂ 17 ਨੇ ਨਾ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਤਰਾਸਦੀ ਹੈ ਤਾਂ। ਹਾਂਜੀ, ਇਹ ਤਰਾਸਦੀ ਹੈ। ਇਹ ਸਾਡੇ ਤੇ ਜੋ ਸੰਤਾਪ, ਇਹੋ ਖਾਸ ਤੌਰ ਤੇ ਸਿੱਖ ਭਾਈਚਾਰੇ ਤੇ ਉਹਨਾਂ ਨੂੰ ਹੰਡਾਉਣਾ ਪਿਆ ਜੀ। ਕਾਨਪੁਰ ਵਰਗੇ ਸ਼ਹਿਰ ਜੋ ਇੰਨੇ ਵੱਡੇ
ਆਰਗੇਨਾਈਜ਼ ਸ਼ਹਿਰ ਹੋਣ, ਬਿਲਕੁਲ, ਉੱਥੇ ਇਸ ਤਰ੍ਹਾਂ ਦਾ ਕਤਲੇਆਮ ਹੋਵੇ ਤੇ ਉਹਦਾ ਗਵਾਹ ਕੋਈ ਨਾ ਹੋਵੇ ਜੀ, ਕਿਸੇ ਨੇ ਆਵਾਜ਼ ਨਾ ਉਠਾਈ ਹੋਵੇ। ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਤਰ੍ਹਾਂ ਇੱਕ ਪਿੰਡ ਸੀ ਹਰਿਆਣੇ ਦੇ ਵਿੱਚ, ਉਸ ਦਾ ਖੁਲਾਸਾ ਕੀਤਾ ਸੀ ਕਿ ਪੂਰੇ ਦੇ ਪੂਰੇ ਪਿੰਡ ਦੇ ਸਿੱਖਾਂ ਨੂੰ ਮਾਰ ਮੁਕਾ ਦਿੱਤਾ ਗਿਆ, ਕੋਈ ਨਾਂ ਨਿਸ਼ਾਨ ਨਹੀਂ, ਕੋਈ ਦੁਬਾਰਾ ਜਾਂਚ ਨਹੀਂ ਬੈਠੀ। ਔਰ ਦਿੱਲੀ ਜੋ ਸਾਡੀ ਰਾਜਧਾਨੀ ਹੈ, ਕਿਸੇ ਜੰਗਲ ਦਾ ਕੋਈ ਗੱਲ ਨਹੀਂ ਮੈਂ ਕਰ ਰਿਹਾ, ਦਿੱਲੀ ਦੇ ਵਿੱਚ ਮੌਤ ਦਾ ਨੰਗਾ ਨਾਚ ਇੰਨੇ ਦਿਨ ਹੋਇਆ। ਅਸੀਂ ਗੱਲਾਂ ਤੇ ਅੱਜ ਅਫਗਾਨਿਸਤਾਨ ਦੀਆਂ ਕਰ ਰਹੇ ਹਾਂ ਤੇ ਸਾਡੇ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਕੀ ਹੋਇਆ ਤੇ ਕੌਣ ਜਵਾਬ ਦੇ ਅੱਜ ਤੱਕ। ਬਿਲਕੁਲ, ਜੇ ਅੱਜ ਕਿਸੇ ਇੱਕ ਦੋ ਨੂੰ ਸਜ਼ਾ ਦੇ ਵੀ ਦਿੱਤੀ ਜਾਂਦੀ ਹੈ, ਕੋਈ ਸਰਕਾਰਾਂ ਦੀ ਜਵਾਬਦੇਹੀ ਹੈ। ਬਿਲਕੁਲ, ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਦੰਗਿਆਂ ਦੇ, ਦਿੱਲੀ ਦੇ ਕਤਲੇਆਮ ਦੇ ਮਾਫ ਕਰਨਾ ਕੇਸ ਵਿੱਚ ਵੀ ਕੁਝ ਵਿਅਕਤੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਮਦਦ ਕੀਤੀ ਸੀ। ਇੱਥੇ ਵੀ ਯੋਗੀ ਸਰਕਾਰ ਲੱਗੀ ਹੋ ਰਹੀ ਹੈ। ਸ਼ਾਇਦ ਉਹਨਾਂ ਦਾ ਪੋਲੀਟੀਕਲ ਗੇਮਿਕ ਹੋਵੇ, ਮੈਂ ਇਸ ਵਿੱਚ ਬਹੁਤਾ ਦਖਲ ਨਹੀਂ ਦੇਣਾ ਚਾਹੁੰਦਾ। ਬਿਲਕੁਲ, ਪਰ ਕੁਛ ਵੀ ਇਨਸਾਫ ਜਿਹੜਾ ਹੈ ਕਿ ਮੈਂ ਸਮਝਦਾ ਕਿ ਦੇਰ ਆਏ ਦਰੁਸਤ ਆਇਦ, ਕੁਛ ਇੱਕ ਵਿਅਕਤੀ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਕਿ ਅਗਾਂਹ ਵਾਸਤੇ ਭਵਿੱਖ ਦੇ ਵਿੱਚ, ਇਤਿਹਾਸ ਦੇ ਵਿੱਚ ਇਸ ਜਿਹੀ ਘਟਨਾ ਤੋਂ ਬਚਿਆ ਜਾ ਸਕੇ। ਜੀ ਹੀਰ ਜੀ, ਖਬਰਾਂ ਤਾਂ ਸਾਡੇ ਕੋਲ ਚਰਚਾ ਦੇ ਲਈ ਬਹੁਤ ਨੇ, ਪਰ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਪਰ ਆਪਣੇ ਦਰਸ਼ਕਾਂ ਨੂੰ ਕੱਲ ਫਿਰ ਤੋਂ ਮਿਲਣ ਦਾ ਵਾਅਦਾ ਕਰਕੇ ਅਸੀਂ ਤੁਹਾਡੇ ਤੋਂ ਵਿਦਾ ਚਾਹੁੰਦੇ ਹਾਂ।